ਜਾਣਦੇ ਹੋ ਕਿ ਅੱਜ ਆਪਾਂ ਬੀਬੀ ਸ਼ਰਨਜੀਤ ਕੌਰ ਜੀ ਜੋ ਕਿ ਇਸ ਪਰਿਵਾਰ ਰਿਸ਼ਤੇਦਾਰਾਂ ਨੂੰ 1 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਅੱਜ ਜੁੜ ਬੈਠੇ ਹਾਂ। ਕਿਉਂਕਿ ਸੰਸਾਰ ਜਿਹੜਾ ਹੈ ਇਹ ਆਵਾਗਮਨ ਹੈ ਤੇ ਜਿਹੜਾ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ, ਜੋ ਜਨਮ ਲੈਂਦਾ ਹੈ ਤੇ ਉਸ ਦੀ ਮੌਤ ਵੀ ਅਟਲ ਹੈ। ਪਰ ਜੋ ਜਨਮ ਦਾ ਮਰਦਾ ਹੈ ਇਹ ਇੱਕ ਮਾਇਆ ਹੈ। ਜੋ ਅਸੀਂ ਹਾਂ, ਜੋ ਅਸੀਂ ਸੱਚ ਹਾਂ, ਸੱਚਾਈ ਹੈ ਸਾਡੀ, ਉਹ ਜਨਮ ਦੀ ਮਰਦੀ ਨਹੀਂ ਹੈ। ਉਸ ਨੂੰ ਵੱਖਰੇ ਵੱਖਰੇ ਕੱਪੜੇ ਪਹਿਨਣ ਨੂੰ ਦਿੱਤੇ ਜਾਂਦੇ ਨੇ ਤੇ ਉਹ ਜਿਹਾ ਕੱਪੜਾ ਪਹਿਨਦਾ ਹੈ। 84 ਲੱਖ ਜੂਨੀ ਹੈ ਜਿਹੜਾ ਇਹ ਮਾਨਸ ਰੂਪੀ ਕੱਪੜਾ ਹੈ, ਇਹ ਸਭ ਤੋਂ ਸ੍ਰੇਸ਼ਟ ਕੱਪੜਾ ਹੈ। ਸਾਨੂੰ 84 ਲੱਖ ਜੂਨਾਂ ਦੇ ਵਿੱਚ ਕੱਪੜੇ ਪਹਿਨਦੇ ਜਿਹਦੇ ਵਿੱਚ ਸੂਖਮ ਵੀ ਨੇ, ਅਸਥੂਲ ਵੀ ਨੇ, ਇੱਕ ਮੌਕਾ ਮਿਲਦਾ ਹੈ ਕਿ ਇਹ ਮਾਨਸ ਰੂਪੀ ਕੱਪੜਾ ਮਿਲਦਾ ਹੈ। ਇਸ ਦੇ ਵਿੱਚ ਆ ਕੇ ਅਸੀਂ ਇਹ 84 ਲੱਖ ਜੂਨੀ ਦਾ ਜਿਹੜਾ ਚੱਕਰ ਹੈ ਉਸ ਤੋਂ ਆਪਾਂ ਛੁਟਕਾਰਾ ਪਾਉਣਾ ਹੁੰਦਾ ਹੈ। ਇਸ ਕਰਕੇ ਆਪਾਂ ਇੱਥੇ ਲਾਹਾ ਲੈਣ ਦੇ ਵਾਸਤੇ ਆਏ ਹਾਂ। ਇਹ ਜਿਹੜਾ ਸਾਡਾ ਜੀਵਨ ਹੈ, ਇਸ ਜੀਵਨ ਨੂੰ ਗੁਰਬਾਣੀ ਨੇ ਰਾਤ ਕਿਹਾ ਹੈ, ਕਿਉਂਕਿ ਇੱਥੇ ਰਾਤ ਹੈ ਸੰਸਾਰ ਨੂੰ ਤੇ ਪਰਮੇਸ਼ਰ ਦੇ ਘਰ ਦੇ ਵਿੱਚ ਕਦੇ ਰਾਤ ਨਹੀਂ ਹੈ, ਉੱਥੇ ਦਿਨ ਹੈ। ਮਹਾਰਾਜ ਸਮਝਾਉਂਦੇ ਨੇ, ਉੱਥੇ ਦੇਹੋ ਇੱਥੇ ਸਭ ਰਾਤ। ਤੇ ਇਹ ਰਾਤ ਦੇ ਵਿੱਚ ਇੱਕ ਸਾਡੀ ਜੀਵਨ ਦੀ ਰਾਤ ਹੈ। ਕਿਸੇ ਦੀ ਰਾਤ ਲੰਮੀ ਹੁੰਦੀ ਹੈ, ਕਿਸੇ ਦੀ ਛੋਟੀ ਹੁੰਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵੀ ਕਦੇ ਰਾਤਾਂ ਲੰਮੀਆਂ ਨੇ, ਕਦੇ ਛੋਟੀਆਂ ਹੁੰਦੀਆਂ ਨੇ। ਏਦਾਂ ਹੀ ਇਹ ਸਾਡੇ ਜੀਵਨ ਰੂਪੀ ਰਾਤ ਹੈ। ਇਸ ਦੇ ਵਿੱਚ ਅਸੀਂ ਲਾਹਾ ਲੈਣ ਵਾਸਤੇ ਆਏ ਹਾਂ, ਲੇਕਿਨ ਅਸੀਂ ਲਾਹੇ ਨੂੰ ਭੁੱਲ ਗਏ ਤੇ ਅਸੀਂ ਹੋਰ ਹੀ ਕੰਮਾਂ ਦੇ ਵਿੱਚ ਪੈ ਗਏ। ਤੇ ਇਹ ਬਾਣੀ ਕਿਸ ਨੂੰ ਸੰਬੋਧਨ ਕਰ ਰਹੀ ਹੈ? ਮਨ ਨੂੰ। ਇੱਕ ਮਨ ਹੈ ਤੇ ਇੱਕ ਤਨ ਹੈ, ਦੋ ਵੱਖਰੇ ਨੇ। ਕਿਉਂਕਿ ਤਨ ਸਾਨੂੰ ਸਾਰਿਆਂ ਨੂੰ ਦਿਸਦਾ ਹੈ, ਮਨ ਕਿਸੇ ਨੇ ਨਹੀਂ ਦੇਖਿਆ। ਜਿਸ ਦੀ ਯਾਦ ਵਿੱਚ ਬੈਠੇ ਹਾਂ ਉਸ ਦਾ ਇੱਕ ਕੱਪੜਾ ਮਿਲਿਆ ਸੀ ਜਿਸ ਨੂੰ ਆਪਾਂ 5 ਭੂਤਕ ਸਰੀਰ ਕਹਿ ਦਿੰਦੇ ਹਾਂ। ਸਾਰੀ ਉਮਰ ਅਸੀਂ ਇਹ ਸਮਝਦੇ ਰਹਿੰਦੇ ਹਾਂ ਜਿੰਨੀ ਦੇਰ ਸਾਡੇ ਕੋਲ ਜੀਵ ਹੈ ਕਿ ਇਹ ਫਲਾਣਾ ਸਿੰਘ ਹੈ, ਇਹ ਫਲਾਣੀ ਕੌਰ ਹੈ, ਇਹ ਫਲਾਣਾ ਹੈ। ਜਦੋਂ ਉਹ ਸਰੀਰ ਇੱਥੇ ਸਾਡੇ ਕੋਲ ਹੁੰਦਾ ਹੈ, ਜਿਹੜਾ ਸਾਡੇ ਨਾਲ ਗੱਲਾਂ ਵੀ ਕਰਦਾ ਸੀ, ਜਿਹੜਾ ਬੋਲਦਾ ਵੀ ਸੀ, ਸੁਣਦਾ ਵੀ ਸੀ, ਦੇਖਦਾ ਵੀ ਸੀ, ਖਾਂਦਾ ਵੀ ਸੀ, ਸਭ ਕੁਝ ਕਰਦਾ ਸੀ, ਤੇ ਉਹ ਸਰੀਰ ਸਾਡੇ ਕੋਲ ਹੀ ਹੁੰਦਾ ਹੈ, ਲੇਕਿਨ ਨਾ ਬੋਲਦਾ ਹੈ, ਨਾ ਦੇਖਦਾ ਹੈ, ਨਾ ਸੁਣਦਾ ਹੈ, ਨਾ ਤੁਰਦਾ ਹੈ, ਕੁਛ ਨਹੀਂ ਕਰਦਾ। ਪਰ ਸਾਨੂੰ ਅਹਿਸਾਸ ਹੁੰਦਾ ਵੀ ਇਸ ਦੇ ਵਿੱਚੋਂ ਕੁਛ ਨਿਕਲ ਕੇ ਗਿਆ ਹੈ।
ਉਹ ਨਿਕਲ ਕੇ ਗਿਆ ਜਿਹੜਾ ਸਾਡੇ ਨਾਲ ਗੱਲਾਂ ਕਰਦਾ ਸੀ। ਤੇ ਉਹ ਫਿਰ ਕਿੱਥੇ ਗਿਆ ਉਹ ਵੀ ਸਾਨੂੰ ਪਤਾ ਨਹੀਂ ਹੈ। ਤੇ ਫਿਰ ਆਪਾਂ ਬੇਨਤੀਆਂ ਕਰਦੇ ਹਾਂ, ਬੇਸ਼ੱਕ ਅਸੀਂ ਸਾਰੇ ਕਹਿ ਦਿੰਦੇ ਹਾਂ ਕਿਸੇ ਜੀਵ ਦੇ ਜਾਣ ਤੋਂ ਬਾਅਦ ਕਿ ਅਕਾਲ ਚਲਾਣਾ ਕਰ ਗਏ। ਅਕਾਲ ਦੇ ਵਿੱਚ ਜਦੋਂ ਜੀਵ ਚਲਾਣਾ ਕਰ ਗਿਆ ਮੁਕਤ ਹੋ ਜਾਂਦਾ ਹੈ। ਅਕਾਲ ਦੇ ਵਿੱਚ ਚਲਾਣਾ ਕਦੋਂ ਕਰੇਗਾ? ਜਦੋਂ ਅਕਾਲ ਨੂੰ ਜਾਣ ਲਏਗਾ, ਜਦੋਂ ਉਸ ਦਾ ਧਿਆਨ ਅਕਾਲ ਦੇ ਵਿੱਚ ਹੋਏਗਾ। ਅਕਾਲ ਜਿਸ ਦਾ ਕੋਈ ਰੂਪ ਨਹੀਂ ਹੈ, ਰੇਖ ਨਹੀਂ ਹੈ, ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ ਹੈ, ਜੋ ਪ੍ਰਕਾਸ਼ ਰੂਪ ਹੈ। ਤੇ ਕਾਲ ਹੈ ਜੋ ਸਾਨੂੰ ਦਿਸਦਾ ਹੈ, ਇਹ ਨਾਸਵਾਨ ਹੈ। ਅਕਾਲ ਅਵਿਨਾਸ਼ੀ ਹੈ, ਕਾਲ ਨਾਸਵਾਨ ਹੈ। ਜੇਕਰ ਸਾਡਾ ਧਿਆਨ ਸਾਰੀ ਉਮਰ ਕਾਲ ਦੇ ਵਿੱਚ ਹੀ ਰਿਹਾ ਤੇ ਫਿਰ ਆਪਾਂ ਅਕਾਲ ਚਲਾਣਾ ਨਹੀਂ ਕਰ ਸਕਦੇ। ਜਿਸ ਚੀਜ਼ ਦੇ ਵਿੱਚ ਸਾਡਾ ਧਿਆਨ ਜ਼ਿਆਦਾ ਵਿਚਰਦਾ ਹੈ ਉਹੀ ਜੀ ਸਾਨੂੰ ਅੱਗੇ ਜੂਨੀ ਮਿਲ ਜਾਂਦੀ, ਕਾਲ ਦਾ ਸਰੀਰ ਮਿਲ ਜਾਂਦਾ ਹੈ 84 ਲੱਖ ਜੂਨਾਂ ਦੇ ਵਿੱਚ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਆਪਾਂ ਉਹ ਗਿਆਨ ਲੈਣਾ ਹੈ ਜਿੱਥੇ ਆਪਾਂ ਨੂੰ ਮੁਕਤੀ ਪ੍ਰਾਪਤ ਹੋਣੀ ਹੈ। ਉਹ ਹੈ ਪ੍ਰਭੂ ਦੀ ਸ਼ਰਨ। ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ, ਮਨ ਰੇ ਪ੍ਰਭੂ ਕੀ ਸ਼ਰਨ ਵਿਚਾਰੋ, ਜੇ ਸਿਮਰਨ ਗਣਕਾ ਸੀ ਉਦਰੀ। ਜੀ ਦੇ ਸਿਮਰਨ ਦੇ ਨਾਲ ਗਣਕਾ ਦਾ ਵੀ ਉਦਾਰ ਹੋ ਗਿਆ। ਤਾ ਕੋ ਜਸ ਉਸ ਦੇ ਜਸ ਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ। ਜੀ ਦੇ ਸਿਮਰਨ ਦੇ ਨਾਲ ਧਰੂ ਅਟਲ ਹੋ ਗਿਆ, ਅਟਲ ਪਦ ਪ੍ਰਾਪਤ, ਨਿਰਭਉ ਪਦ ਪ੍ਰਾਪਤ ਹੋਇਆ। ਗਣਕਾ ਨੂੰ ਗਤ ਹੋਈ, ਅਜਾਮਲ ਪਾਪੀ ਦਾ ਉਦਾਰ ਹੋਇਆ। ਇੱਥੇ ਤੱਕ ਹਾਥੀ ਦਾ ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਗਜ ਜਿਹੜਾ ਹਾਥੀ ਹੈ, ਹਾਥੀ ਦਾ ਵੀ ਜਿਹੜਾ ਜਨਮ ਮਰਨ ਦਾ ਭੈ ਖਤਮ ਹੋ ਗਿਆ, ਜਮਨ ਦਾ ਡਰ ਖਤਮ ਹੋ ਗਿਆ। ਉਸ ਪ੍ਰਭੂ ਦੀ ਆਪਾਂ ਸ਼ਰਨ ਨੂੰ ਵਿਚਾਰਨਾ ਹੈ, ਕਿਉਂਕਿ ਪ੍ਰਭੂ ਦੀ ਸ਼ਰਨ ਦੇ ਵਿੱਚ ਸਾਨੂੰ ਉਹ ਪਦ ਪ੍ਰਾਪਤ ਹੁੰਦਾ ਹੈ ਜਿਸ ਨੂੰ ਨਿਰਭਉ ਪਦ ਕਿਹਾ ਹੈ। ਕਿਉਂ ਪਦ ਪ੍ਰਾਪਤ ਹੁੰਦਾ? ਕਿਉਂਕਿ ਪ੍ਰਭੂ ਨਿਰਭਉ ਹੈ। ਪਰ ਪ੍ਰਭੂ ਜੋ ਹੈ ਉਹ ਧਿਆਨ ਦੇ ਵਿੱਚ ਹੈ, ਕਹਿਣ ਦੇ ਵਿੱਚ ਨਹੀਂ ਹੈ, ਸੁਣਨ ਦੇ ਵਿੱਚ ਨਹੀਂ ਹੈ, ਲਿਖਣ ਦੇ ਵਿੱਚ ਨਹੀਂ ਹੈ, ਧਿਆਨ ਦੇ ਵਿੱਚ ਹੈ। ਸਿਰਫ ਧਿਆਇਆ ਜਾ ਸਕਦਾ ਹੈ। ਜਿਹੜੇ ਉਸ ਨੂੰ ਧਿਆਉਂਦੇ ਨੇ ਉਹਨਾਂ ਦਾ ਭਾਵ ਖਤਮ ਹੋ ਜਾਂਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਹੁਣ ਉਸ ਦੀ ਸ਼ਰਨ ਨੂੰ ਆਪਾਂ ਵਿਚਾਰਨਾ ਹੈ ਕਿ ਉਹ ਕਿੱਥੇ ਹੈ, ਕਿਵੇਂ ਅਸੀਂ ਉਸ ਦੀ ਸ਼ਰਨ ਦੇ ਵਿੱਚ ਜਾ ਸਕਦੇ ਹਾਂ, ਕਿਵੇਂ ਸਾਡਾ ਵੀ ਜਮਾਂ ਦਾ ਡਰ ਖਤਮ ਹੋ ਸਕਦਾ ਹੈ, ਕਿ ਉਹ ਕਿੰਨੀ ਕੁ ਦੂਰ ਵਸਦਾ ਹੈ ਸਾਥੋਂ। ਮਹਾਰਾਜ ਸਮਝਾਉਂਦੇ ਨੇ, ਭੈ ਨਾਸਨ ਦੁਰਮਤ ਹਰਨ, ਹਰ ਅਨਾਥ ਕੇ ਨਾਥ। ਉਹ ਹਰੀ ਹੈ, ਸਾਡਾ ਅਨਾਥਾਂ ਦਾ ਨਾਥ ਹੈ, ਭੈ ਨੂੰ ਨਾਸ਼ ਕਰਨ ਵਾਲਾ ਹੈ, ਸਾਡੇ ਅੰਦਰ ਦੁਰਮਤ ਨੂੰ ਨਾਸ਼ ਕਰਨ ਵਾਲਾ ਹੈ। ਕਹੋ ਨਾਨਕ ਤੇ ਜਾਨੀਏ। ਮਹਾਰਾਜ ਸਮਝਾਉਂਦੇ ਕਿ ਉਹਨੂੰ ਜਾਣਨਾ ਹੈ। ਕਿੱਥੇ ਹੈ? ਸਦਾ ਬਸਤ ਤੁਮ ਸਾਥ। ਕਿਉਂ ਕੋਈ ਦੂਰ ਨਹੀਂ ਹੈ, ਉਹ ਤੇਰੇ ਨਾਲ ਹੀ ਬਸਦਾ ਹੈ, ਸਦਾ ਹੀ ਸਾਥ ਬਸਦਾ ਹੈ। ਉਹੀ ਹੈ ਜਿਹੜਾ ਸਾਨੂੰ ਨਿਰਭਉ ਕਰ ਸਕਦਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਮਨ ਸਾਡਾ ਜਿਉਂ ਹੀ ਸੰਸਾਰ 'ਚ ਆਉਂਦਾ ਹੈ, ਸਵੇਰੇ ਪੌਣ 'ਚ ਮਿਲਦਾ ਹੈ ਤੇ ਪੌਣ 'ਚ ਆ ਕੇ ਇਹ ਡੋਲਣਾ ਸ਼ੁਰੂ ਕਰ ਦਿੰਦਾ ਹੈ। ਸਾਰੀ ਦਿਹਾੜੀ ਮਨ ਡੋਲਦਾ ਰਹਿੰਦਾ ਹੈ, ਇਹ ਨਾ ਹੋ ਜਾਵੇ, ਇਹਦਾ ਨਾ ਹੋ ਜਾਵੇ।
ਡੋਲਦਾ ਹੈ, ਕਿਉਂਕਿ ਇਸ ਦਾ ਜਿਹੜਾ ਗੁਰੂ ਹੈ ਉਹ ਪੌਣ ਹੈ। ਇਸ ਨੇ ਆਪਣਾ ਗੁਰੂ ਕੌਣ ਬਣਾ ਲਿਆ? ਪੌਣ। ਇਸ ਨੇ ਆਪਣਾ ਪਿਤਾ ਕਿਸ ਨੂੰ ਬਣਾ ਲਿਆ? ਪਾਣੀ ਨੂੰ। ਇਸ ਨੇ ਮਾਤਾ ਕਿਸ ਨੂੰ ਬਣਾ ਲਿਆ? ਧਰਤੀ ਨੂੰ। ਤੇ ਇਸ ਨੇ ਖੇਲ ਕਿਹੜੀ ਬਣਾ ਲਈ? ਇਹ ਦਿਨ ਰਾਤ। ਇਸ ਕਰਕੇ ਪੌਣ ਜਿਹੜੀ ਹੈ, ਪੌਣ ਕਦੇ ਥਿਰ ਨਹੀਂ ਹੁੰਦੀ, ਡੋਲਦੀ ਹੈ। ਤੇ ਮਨ ਵੀ ਡੋਲਦਾ ਹੈ। ਤੇ ਪਰਮੇਸ਼ਰ ਅਡੋਲ ਹੈ, ਉਹ ਡੋਲਦਾ ਨਹੀਂ ਹੈ। ਤੇ ਇਸ ਨੂੰ ਫਿਰ ਸਮਝਾਉਣ ਦੇ ਵਾਸਤੇ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਸਾਡੇ ਮਨ ਦਾ ਡੋਲਣ ਦਾ ਜਿਹੜਾ ਕਾਰਨ ਹੈ ਉਹ ਹੈ ਮਾਇਆ। ਪੌਣ ਦੇ ਵਿੱਚ ਮਾਇਆ ਕਿੱਥੋਂ ਸ਼ੁਰੂ ਹੁੰਦੀ ਹੈ? ਸਾਡੇ ਸਰੀਰ ਤੋਂ। ਸਰੀਰ ਦਾ ਸਾਨੂੰ ਗਿਆਨ ਕਦੋਂ ਹੁੰਦਾ ਹੈ? ਜਦੋਂ ਅਸੀਂ ਪੌਣ 'ਚ ਮਿਲਦੇ ਹਾਂ। ਜਦੋਂ ਆਪਾਂ ਸੌਂ ਜਾਂਦੇ ਹਾਂ ਰਾਤ ਨੂੰ, ਸਾਨੂੰ ਆਪਣੇ ਸਰੀਰ ਦਾ ਵੀ ਗਿਆਨ ਨਹੀਂ ਹੁੰਦਾ, ਸਾਨੂੰ ਆਪਣੇ ਕਾਰੋਬਾਰ ਦਾ ਗਿਆਨ ਨਹੀਂ ਹੁੰਦਾ। ਤੇ ਮਨ ਅਡੋਲ ਹੈ, ਕੋਈ ਫਿਕਰ ਨਹੀਂ ਹੈ। ਜਿਉਂ ਹੀ ਪੌਣ 'ਚ ਆ ਕੇ ਮਿਲਦਾ ਹੈ ਤੇ ਸਰੀਰ ਦਾ ਗਿਆਨ ਹੁੰਦਾ ਹੈ। ਜਿਉਂ ਸਰੀਰ ਦਾ ਗਿਆਨ ਹੋ ਗਿਆ, ਸੰਸਾਰ ਦਾ ਗਿਆਨ ਹੋ ਗਿਆ, ਕਾਰੋਬਾਰਾਂ ਦਾ ਗਿਆਨ, ਮਾਇਆ ਦੇ ਨਾਲ ਜੁੜ ਗਿਆ। ਹੁਣ ਮਾਇਆ ਡੋਲੇਗੀ ਤੇ ਮਨ ਵੀ ਡੋਲੇਗਾ। ਤੇ ਇਸ ਕਰਕੇ ਮੇਰਾ ਸਮਝਾਉਂਦੇ, ਕਹਿੰਦੇ ਮਾਇਆ ਡੋਲੇ ਬਹੁ ਵਿਧੀ, ਮਨ ਲਪਟਿਓ ਤੇ ਸੰਗ। ਮਨ ਉਹਦੇ ਨਾਲ ਲਪਟਿਆ ਹੈ ਤੇ ਡੋਲਦਾ ਹੈ ਤੇ ਮੰਗਦਾ ਰਹਿੰਦਾ ਹੈ। ਕੀ ਵਸਤਾ ਮੰਗਦਾ ਹੈ? ਨਾਮ ਨਹੀਂ ਕਦੇ ਮੰਗਦਾ, ਜਿਹਦੇ ਨਾਲ ਇਹਨੇ ਅਡੋਲ ਹੋਣਾ ਹੈ। ਮੰਗਦਾ ਕੀ ਹੈ? ਮਾਇਆ। ਤੇ ਰੁਕਦਾ ਨਹੀਂ ਮਨ ਇਹਨਾਂ ਚੀਜ਼ਾਂ ਨੂੰ ਮੰਗਣ ਤੋਂ। ਪਰ ਇਧਰੋਂ ਮੰਗਣੋਂ ਤਾਂ ਹਟੇਗਾ ਜੇ ਇਹ ਨਾਮ ਦੇ ਰੰਗ 'ਚ ਰੰਗਿਆ ਜਾਏਗਾ, ਕਿਉਂਕਿ ਫਿਰ ਅਡੋਲ ਹੋ ਜਾਏਗਾ। ਮੰਗਣ ਤੇ ਜੇ ਤੁਮ ਰੱਖੋ ਨਾਨਕ ਨਾਮੇ ਰੰਗ। ਹੁਣ ਸੰਸਾਰ ਮਾਇਆ ਦੇ ਨਾਲ ਲਪਟਿਆ ਹੈ ਮਨ ਸਾਡਾ। ਤੇ ਜਿਹੜੇ ਭਗਤ ਸੀ, ਤੇ ਭਗਤ ਕਹਿੰਦੇ ਵੀ ਅਸੀਂ ਓਟ ਲਈ ਹੈ ਪਰਮੇਸ਼ਰ ਦੀ। ਤੇ ਪਰਮੇਸ਼ਰ ਹੈ ਇੱਕ ਪਰਬਤ ਦੀ ਤਰ੍ਹਾਂ। ਪਰਬਤ ਨੂੰ ਪੌਣ ਹਵਾ ਹਿਲਾ ਨਹੀਂ ਸਕਦੀ, ਅਡੋਲ ਹੁੰਦਾ ਹੈ। ਇਸ ਕਰਕੇ ਅਸੀਂ ਮਾਇਆ ਦੀ ਨਹੀਂ, ਮਾਇਆ ਤੇ ਹਿਲਦੀ ਹੈ, ਡੋਲਦੀ ਹੈ, ਅਸੀਂ ਗਿਰ ਸਕਦੇ ਹਾਂ, ਲੇਕਿਨ ਪਰਬਤ ਡੋਲਦਾ ਨਹੀਂ ਹੈ। ਇਸ ਕਰਕੇ ਇਸ ਤੱਕ ਪਰਮੇਸ਼ਰ ਦੀ ਓਟ ਲਈ ਹੈ। ਤੂੰ ਮੇਰੋ ਮੇਰ पर्वत है स्वामी, ओट गही मैं तेरी, ना तुम डोलो ना हम गिरते, रख लीनी हर मेरी। हुण ओ साडे साथ ही बसता है। माया दूर है, परमेश्वर दूर है। लेकिन असी अपने घर दा रस्ते भुल गए। ਅਸੀਂ ਉਸ ਨੂੰ ਦੂਰ ਜਾਣ ਲਿਆ। ਇਸ ਕਰਕੇ ਦੂਰ ਜਾਣ ਕਰਕੇ ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਨਹੀਂ ਜਾਂਦੇ, ਅਸੀਂ ਲੋਕਾਂ ਦੀ ਸ਼ਰਨ ਵਿੱਚ ਜਾਂਦੇ ਹਾਂ। ਜਿਵੇਂ ਆਪਾਂ ਹੁਣ ਅੱਜ ਬੈਠੇ ਹਾਂ, ਕਦੋਂ ਜੀਵ ਜਾਂਦਾ ਹੈ ਫਿਰ ਅਸੀਂ ਕਿਸੇ ਦੀ ਆਸ ਤੱਕਦੇ ਹਾਂ ਵੀ ਇਹ ਪਤਾ ਨਹੀਂ ਸਾਡੇ ਕਿਸੇ ਜੀਵ ਦਾ ਆਧਾਰ ਕਰ ਦੇਗਾ, ਇਹ ਅਰਦਾਸ ਕਰਕੇ ਉਸ ਦਾ ਭਲਾ ਕਰ ਦੇਗਾ। ਤੇ ਮਹਾਰਾਜ ਨੇ ਸਾਨੂੰ ਇਹ ਸਮਝਾ ਦਿੱਤਾ ਵੀ ਜਦ ਸਾਡੇ ਨਾਮ ਨਹੀਂ ਵਸਿਆ ਮਨ ਦੇ ਵਿੱਚ, ਅਸੀਂ ਕਦੇ ਮੁਕਤ ਨਹੀਂ ਹੋ ਸਕਦੇ। ਕਦੇ ਮੁਕਤੇ ਸਹੀ ਪਾਲੀ ਹੈ। ਤੇ ਉਹੀ ਮੁਕਤੀ ਆਪਾਂ ਸਮਝ ਸਕਦੇ ਸੇ ਸੱਚ ਨਾਮ ਸੰਭਾਲ, ਜਿਹੜੇ ਸੱਚੇ ਨਾਮ ਨੂੰ ਸੰਭਾਲ, ਜਿਹੜੇ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਨੇ। ਜਿਨ੍ਹਾਂ ਕੋਲ ਨਾਮ ਨਹੀਂ ਹੈ ਉਹ ਕਦੇ ਮੁਕਤ ਨਹੀਂ ਹੋ ਸਕਦੇ। ਜੋ ਜੋਰੂ ਸਿਰ ਨਾਮ ਆਵੈ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਕੋਈ ਵੀ ਜੀਵ ਆਵੇ,
ਆਉਂਦੇ ਨੇ, ਗੱਲਾਂ ਕਰਦੇ ਨੇ, ਜੋ ਇਹ ਮੁਹਾਕਾ ਕਰਮ ਹੈ, ਕਰਮ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ, ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਕੀ ਇਹ ਕਰੇ। ਜਿਹੜਾ ਦਲਾਲ ਹੈ ਵਿੱਚ, ਜਿਹੜਾ ਕਹਿੰਦਾ ਮੈਂ ਅਰਦਾਸ ਕਰਕੇ ਮੁਕਤ ਕਰਵਾ ਦਊਂਗਾ, ਕੋਈ ਨਹੀਂ ਕਰਵਾ। ਮੈਂ ਕਹਿੰਦੇ ਐਸੇ ਦਲਾਲਾਂ ਦੇ ਵੀ ਹੱਥ ਵੜ ਗਏ, ਕਿਉਂਕਿ ਅਸੀਂ ਆਪ ਆਪਣਾ ਕਾਰਜ ਸਵਾਰਨਾ ਹੈ। ਸਾਨੂੰ ਸਮਝਾਇਆ ਹੈ ਕਿ ਅਸੀਂ ਖੁਦ ਹੀ ਖੇਤ ਦੇ ਵਿੱਚ ਰਹਿ ਕੇ ਹੀ ਨਿਵੇੜਾ ਕਰ ਲੈਣਾ ਹੈ। ਕਹੇ ਕਬੀਰ ਸੋਨੋ ਰੇ ਸੰਤੋ, ਖੇਤ ਹੀ ਕਰੋ ਨਿਵੇੜਾ। ਉਹ ਸਾਨੂੰ ਠੱਗਦਾ ਹੈ, ਝੂਠ ਬੋਲਦਾ ਹੈ, ਜਿਹੜਾ ਦਲਾਲ ਹੈ, ਜਿਹੜਾ ਕਹਿੰਦਾ ਹੈ ਮੁਕਤ ਕਰਵਾ, ਨਹੀਂ ਕਰਵਾ ਸਕਦਾ। ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਤੇ। ਹੁਣ ਜਿਹੜੀਆਂ ਸੰਸਾਰਿਕ ਵਸਤਾਂ ਨੇ ਸਾਰੀਆਂ ਹੀ ਉੱਥੇ ਪਹੁੰਚਦੀਆਂ ਨਹੀਂ, ਕਿਉਂਕਿ ਉੱਥੇ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਧਨ ਦੌਲਤ ਸੋਨਾ ਚਾਂਦੀ, ਇਹ ਸੰਸਾਰ 'ਚ ਹੀ ਇਹਨਾਂ ਦੀ ਕੀਮਤ ਹੈ। ਮਾਲਕ ਦੇ ਕੋਲ ਇਹ ਸਭ ਕੁਛ ਕੂੜ ਹੈ। ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਰੱਪੜ, ਕੂੜ ਕੱਪੜ, ਕੂੜ ਰੂਪ, ਆਪਾਂ ਸਭ ਕੁਛ ਕੂੜ ਹੈ। ਉੱਥੇ ਹੈ ਕੀਮਤ ਨਾਮ ਦੀ। ਅਗਰ ਜੇ ਕਿਸੇ ਦੇ ਕੋਲ ਨਾਮ ਦਾ ਖਜ਼ਾਨਾ ਹੈ, ਉਹ ਫਿਰ ਉਸ ਨੂੰ ਨਾਮ ਦੁਆਰਾ ਮੁਕਤ ਕਰਾ ਸਕਦਾ ਹੈ, ਕਿਉਂਕਿ ਨਾਮ ਜਿਹੜਾ ਹੈ ਉਸ ਦੀ ਕੋਈ ਕੀਮਤ ਹੀ ਨਹੀਂ ਹੈ, ਅਮੁੱਲ ਹੈ। ਇੱਕ ਕਿਨਕਾ ਨਾਮ ਦਾ, ਕਿਨਕਾ ਮਾਤਰ ਹੀ ਜੀਵਨ ਦਾ ਉਦਾਰ ਕਰ ਦਿੰਦਾ ਹੈ। ਜਿਵੇਂ ਆਪਾਂ ਸੁਣਦੇ ਹਾਂ ਕਿ ਰਾਜਾ ਜਨ ਖੋਇਆ ਹੈ ਕਿ ਜਿਸ ਨੇ ਇੱਕ ਘੜੀ ਦੇ ਸਿਮਰਨ ਦੇ ਨਾਲ ਨਰਕਾਂ ਦੇ ਕੁੰਡ ਖਾਲੀ ਕਰ ਦਿੱਤੇ ਸੀ। ਉਹ ਨਾਮ ਸਿਮਰਨ ਸੀ। ਸਿਮਰਨ ਤਾਂ ਆਪਾਂ ਵੀ ਕਰ ਰਹੇ, ਸਾਰਾ ਸੰਸਾਰ ਕਰ ਰਿਹਾ ਹੈ। ਇੱਥੇ ਲੋਕ 'ਚ ਹੀ ਨਰਕ ਬਣ ਗਈ ਜ਼ਿੰਦਗੀ। ਅੱਗੇ ਤਾਂ ਕਿਆ ਬੀਤੇਗੀ ਉਹ ਤਾਂ ਸਾਨੂੰ ਪਤਾ ਨਹੀਂ ਹੈ। ਇਸ ਤਾਂ ਲੋਕ ਵਿੱਚ ਹੀ ਦੁਖੀ ਹੋ ਗਏ। ਪਰ ਲੋਕ ਤਾਂ ਹਾਲੇ ਬਹੁਤ ਅੱਗੇ ਪਿਆ ਹੈ। ਜੇ ਲੋਕ ਹੀ ਦੁਖੀ ਹੈ, ਪਰ ਲੋਕ 'ਚ ਕਿਵੇਂ ਅਸੀਂ ਸੁਖੀ ਹੋ ਗਏ। ਇਸ ਕਰਕੇ ਇੱਥੇ ਹੀ ਮਨ ਕਲ ਕਲੇਸ਼ ਦੇ ਵਿੱਚ ਫਸਿਆ ਹੈ, ਨਫ਼ਰਤ ਦੇ ਵਿੱਚ, ਵੈਰ ਵਿਰੋਧ ਦੇ ਵਿੱਚ। ਤੇ ਫਿਰ ਅੱਗੇ ਜਾ ਕੇ ਕਿਵੇਂ ਸੁਖੀ ਹੋਏਗਾ? ਕਿਉਂਕਿ ਪਰਮੇਸ਼ਰ ਦਾ ਨਾਮ ਐਸਾ ਹੈ, ਲੋਕ ਵੀ ਸੁਖੀ ਕਰਦਾ ਹੈ, ਪਰ ਲੋਕ ਵੀ ਸੁਹੇਲਾ ਕਰਦਾ ਹੈ। ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਹੁਣ ਉਹ ਜਿਹੜਾ ਪਰਮੇਸ਼ਰ ਹੈ, ਨਾਮ ਹੈ, ਉਹ ਮਹਾਰਾਜ ਨੇ ਦੱਸਿਆ ਹੈ ਕਿ ਨਾਮ ਕੋਈ ਅੱਖਰ ਨਹੀਂ ਹਨ। ਅੱਖਰ ਬਹੁਤ ਬਾਅਦ ਵਿੱਚ ਆਏ ਹਨ। ਅੱਖਰ ਕਿਸ ਨੇ ਲਿਖੇ ਨੇ? ਸੰਸਾਰੀ ਜੀਵ ਨੇ, ਬ੍ਰਹਮੇ ਨੇ, ਕਿਉਂਕਿ ਬ੍ਰਹਮਾ ਨੇ ਵੇਦ ਲਿਖੇ ਨੇ। ਲਿਖਾਏ ਕਿਸ ਨੇ? ਪਰਮੇਸ਼ਰ ਨੇ। ਲੇਕਿਨ ਨਾਮ ਬਹੁਤ ਪਹਿਲਾਂ ਪੈਦਾ ਹੋਇਆ ਹੈ, ਕਿਉਂਕਿ ਨਾ ਪਰਮੇਸ਼ਰ ਨੇ ਆਪਣੇ ਤੋਂ ਨਾਮ ਪੈਦਾ ਕੀਤਾ ਤੇ ਨਾਮ ਦੁਆਰਾ ਇਹ ਸ੍ਰਿਸ਼ਟੀ ਪੈਦਾ ਹੋਈ। 84 ਲੱਖ ਜੂਨੀ ਪੈਦਾ ਹੋਈ, ਕਰੋੜਾਂ ਬ੍ਰਹਿਮੰਡ ਪੈਦਾ ਹੋਏ ਤੇ ਫਿਰ ਅਸੀਂ ਸੰਸਾਰ 'ਚ ਆਏ। ਸਾਡੇ ਅੰਦਰ ਜੋਤ ਰੱਖੀ, ਨਾਮ ਪਾਇਆ ਮਾਲਕ ਨੇ, ਫਿਰ ਆਪਾਂ ਇੱਥੇ ਆਏ। ਹੁਣ ਇਸ ਕਰਕੇ ਜੋ ਨਾਮ ਹੈ, ਜਿਸ ਨੂੰ ਆਪਾਂ ਸਤਨਾਮ ਕਹਿ ਦਿੰਦੇ ਹਾਂ, ਜਿਸ ਨੂੰ ਹਰ ਨਾਮ ਕਹਿ ਦਿੰਦੇ ਹਾਂ, ਰਾਮ ਨਾਮ ਕਹਿ ਦਿੰਦੇ ਹਾਂ, ਉਹ ਨਾਮ ਜਿਹੜਾ ਹੈ ਉਹ ਸਾਡੇ ਹਿਰਦੇ ਦੇ ਵਿੱਚ ਗੁਪਤ ਹੋਇਆ ਹੈ। ਉਹ ਵੇਦਾਂ ਕਿਤਾਬਾਂ ਦੇ ਵਿੱਚ ਨਹੀਂ ਹੈ, ਕਿਉਂਕਿ ਉਹ ਲਿਖਿਆ ਨਹੀਂ ਜਾ ਸਕਦਾ। ਉਸ ਨੂੰ ਆਪਾਂ ਜੇ ਜਾਣਨਾ ਹੈ, ਜੇ ਕਿਸੇ ਜੀਵ ਨੇ ਉਸ ਨਾਮ ਨੂੰ ਜਾਣ ਲਿਆ ਹਿਰਦੇ ਦੇ ਵਿੱਚ, ਤਾਂ ਸਾਨੂੰ ਉਸ ਨੂੰ ਜਾਣਨ ਦਾ ਤਰੀਕਾ ਦੱਸ ਸਕਦਾ ਹੈ, ਜੁਗਤੀ ਦੱਸ ਸਕਦਾ ਹੈ ਵੀ ਏਦਾਂ ਆਪਣੇ ਹਿਰਦੇ 'ਚ ਆਪਾਂ ਨਾਮ ਨੂੰ ਢੂੰਡ ਸਕਦੇ ਹਾਂ, ਖੋਜਣਾ ਹੈ, ਤੇ ਫਿਰ ਨਾਮ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਪਰਮੇਸ਼ਰ ਹਰ ਇੱਕ ਦੇ ਵਿੱਚ ਵਸਦਾ ਹੈ। ਨਾਮ ਗੁਪਤ ਹੋਇਆ ਹੈ
पर प्रगट होता है हिरदे दे विच किन्हां दे जिहड़े गुर दी शरण दे विच जांदे ने। मेरा समझाउंदे ने गुप्ता नाम वरतै विच कलयुग घट घट हर भरपूर रहया नाम रतन तिनका हिरदै प्रगटिया जो गुर सरनाई भज पै। गुर प्रभु हुण प्रभु दी शरण तो जाण तो पहला सानू गुर दी शरण दे विच जाना पैंदा है, क्योंकि गुर सानू प्रभु दी शरण दे विच लेके जांदा है। हुण मेरा समझाउंदे ने कि कितनी को साडी दूरी है उस परमेश्वर दे नाल। अपनी पहला आपां हां कौन? आपां शरीर नहीं हाँ। जिस कपड़े नूं आपां संभालदे हाँ, जिवें कि आप जी सरवण कर रहे सी भी आपां कलर नूं सज रहे हाँ। साडा शरीर कलर मिट्टी दी लियाई है जिसने एक दिन ढह ढेरी हो जाना है, जिसनूं गुरबाणी च भस्म दी ढेरी भी कहा है। अपना मन दा प्यार जिहड़ा है आपां प्यार परमेश्वर नूं छड्ड के शरीर नाल पा लिया है। मन ने सच नूं छड्ड के झूठ नाल जुड़ गया है। साच छोड़ झूठ संग रचा जो छड्डना सो अस्थिर कर मन। जिसनूं एक दिन चढ़ जाना उसनूं समझदे भी इन्हें स्थिर ही रहना है। जो होव ना सो दूर परन छोड़ जाए तिसका शर्म करे संग सहाई तिस पर हरै। चंदन लेप उतारे तोए गर्तव प्रीत भस्म संग होए। कहंदे साडी हालत की गधे वाली प्रीत की नाल पाली भस्म दी ढेरी नाल चंदन नूं छड्ड दिता। इदां आपां उस प्रभु जो कि बहुत नेड़े है ते इन्ना नेड़े कि साडे ते विचारे एक भरम आ गया, भरम दा पर्दा ते भरम दे पर्दे करके असीं देख नहीं रहे, उसनूं दूर समझदे हां। नेड़े सुणदे भी ने पर देखिया नहीं। जब तक आपां देख नहीं लैंदे भरम खत्म नहीं होंदा। मेरा समझाउंदे ने कहंदे निकट सुणियो अर पेखियो ना है भरम भरम दुख भरिया। भरम दे विच हम दुखी हां, सुणदे सारे ने नेड़े है, देखिया है नहीं। होए किरपाल गुर लाए हो पार दो मिलियो लाल मनाली। कहंदे जदों फिर गुर किरपा करदा है वो पर्दा पासे कर दिंदा है ते फिर परमेश्वर दा मिलाप हो जांदा है। फिर मन सुखी हो जाता है। जिहड़ा मन नाम तो बिना सुके लकड़ की तरह सी हरिया भरिया हो जाता है, खिल जाता है। कमल के फुल दी वांगू जिहड़ा उंदा सी सीधा हो जाता है, खिल जाता है। इदां फिर सानू इह समझाया है कि जिहड़ी गुरबाणी है इसनूं जद पढ़ांगे आपां यह गुर ते चलती है। गुर है की? क्योंकि असीं गुर नूं गुरु बना लिया। गुर तो पहला असीं गुरु बना लिया ते गुरु तो असीं शरीर बना लिया। फिर शरीरां दे नाल असीं जुड़ गए। ते गुरबाणी दे विच दस्सिया है कि जिहड़ा गुरु है वो कदे मरदा नहीं है ते गुरु दी जिहड़ी पीढ़ी जुगो जुग चलदी है, जुगो जुग चलती रहनी है। ਇਹ नहीं बई सतयुग विच भी है सी, अज भी है, अगे भी चलेगी। पर गुरु कोई शरीर नहीं है। गुरु कौन है? आप परमेश्वर है। आद अंत एक अवतारा सोई गुरु समझियो हमारा। हुण वो गुरु सदा है, पर उसने क्योंकि वो जूना तो रहता है उस शरीर दे विच नहीं आउंदा, जन्म मरण दे विच नहीं आउंदा। पर उसकी क्या है कि जदों वो खुश होंदा है वो जीवां नूं आपा जना देंदा है ते जदों फिर चाहुंदा है फिर भुला देता है। ये उसका खेल चलता आ रहा है परखण दे वास्ते।
ਲੁਕ ਜਾਂਦਾ ਹੈ। ਉਹ ਦੇਖਦਾ ਹੈ ਬਈ ਲੱਭਦੇ ਨਹੀਂ, ਕਿ ਲੱਭੋ ਮੈਨੂੰ, ਨਹੀਂ ਲੱਭ ਸਕਦੇ। ਪਰ ਕੁਝ ਜੀਵ ਨਹੀਂ ਲੱਭਿਆ ਤੇ ਕਹਿੰਦੇ ਕੋਈ ਗੱਲ ਨਹੀਂ। ਕੁਝ ਜੀਵ ਬੈਰਾਗੀ ਹੋ ਜਾਂਦੇ ਨੇ, ਰੋਂਦੇ ਨੇ, ਵਿਛੋੜਾ ਨਹੀਂ ਸਹਿ ਸਕਦੇ। ਉਹਨਾਂ ਨੂੰ ਪ੍ਰਗਟ ਹੋ ਕੇ ਦਿਖਾ ਦਿੰਦਾ ਹੈ। ਜਿਹੜੇ ਬੈਰਾਗੀ ਨਹੀਂ ਹੁੰਦੇ, ਜਿਹੜੇ ਕਹਿੰਦੇ ਨਹੀਂ ਲੱਭਿਆ ਕੋਈ ਗੱਲ ਨਹੀਂ, ਤੇ ਉਹਨਾਂ ਨੂੰ ਉਹ ਪ੍ਰਗਟ ਨਹੀਂ ਹੁੰਦਾ। ਜਿਹੜੇ ਬੈਰਾਗੀ ਨੇ ਉਹਨਾਂ ਤੇ ਖੁਸ਼ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਬੁਝਾ ਦਿੰਦਾ ਹੈ। ਕਿਉਂਕਿ ਮਹਾਰਾਜ ਸਮਝਾਉਂਦੇ ਨੇ ਪਰਮੇਸ਼ਰ ਦਾ ਕੋਈ ਰੂਪ ਨਹੀਂ ਹੈ, ਰੇਖ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਪਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਸ ਤੇ ਖੁਸ਼ ਹੁੰਦਾ ਉਹਨੂੰ ਬੁਝਾ ਦਿੰਦਾ ਹੈ। ਜਿਸ ਨੂੰ ਬੁਝਾ ਦਿੰਦਾ ਹੈ ਫਿਰ ਉਸ ਨੂੰ ਇੱਕ ਗਿਆਨ ਦਿੰਦਾ ਹੈ, ਖਜ਼ਾਨਾ ਦਿੰਦਾ ਹੈ ਕਿ ਹੁਣ ਤੁਸੀਂ ਦੂਜੇ ਜੀਵਾਂ ਨੂੰ ਆ ਗਿਆਨ ਦੇਵੋ, ਪਰ ਤੁਹਾਡਾ ਨਹੀਂ ਹੈ। ਤੁਸੀਂ ਮੇਰੇ ਨੌਕਰ ਹੋ, ਮੇਰੇ ਚਾਕਰ ਹੋ। ਇਸ ਕਰਕੇ ਤੁਸੀਂ ਮਾਲਕ ਨਹੀਂ ਬਣਨਾ, ਤੁਸੀਂ ਨੌਕਰ ਹੀ ਰਹਿਣਾ ਹੈ। ਤੁਸੀਂ ਆਪਣੇ ਆਪ ਨੂੰ ਮੇਰੀ ਬਰਾਬਰੀ ਨਹੀਂ ਕਰਨੀ, ਮੇਰੀ ਆਪਣੀ ਪੂਜਾ ਨਹੀਂ ਕਰਵਾਉਣ ਲੱਗ ਜਾਣਾ। ਤੁਸੀਂ ਮੇਰੇ ਨਾਲ ਜੋੜਨਾ ਹੈ ਪਰਮੇਸ਼ਰ ਨੂੰ। ਤੇ ਫਿਰ ਉਹ ਜੀਵ ਸਾਨੂੰ ਉਹ ਗਿਆਨ ਦਿੰਦੇ ਨੇ, ਗੁਰ ਜੁਗਤੀ, ਵੀ ਕਿਵੇਂ ਆਪਾਂ ਪਰਮੇਸ਼ਰ ਨੂੰ ਦੇਖਣਾ ਹੈ ਨੇੜੇ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਹੁਣ ਪੂਰਾ ਗੁਰ ਕਿੱਥੋਂ ਮਿਲੇਗਾ? ਮਹਾਰਾਜ ਸਮਝਾਉਂਦੇ ਨੇ, ਜਿਹਨੇ ਉਹਨੂੰ ਜਾਣ ਲਿਆ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿਖ ਉਤਰੈ, ਨਾਨਕ ਹਰ ਗੁਣ ਗਾਓ। ਵੀ ਜਿਹਨੇ ਜਾਣ ਲਿਆ ਉਸਨੂੰ, ਉਹ ਸਾਨੂੰ ਇੱਕ ਗੁਰ ਦੇਗਾ, ਜਿਸ ਗੁਰ ਨੂੰ ਸੱਚਾ ਗੁਰ ਕਹਿੰਦੇ ਹਾਂ, ਪੂਰਾ ਗੁਰ ਕਹਿੰਦੇ ਹਾਂ। ਉਸ ਗੁਰ ਨੂੰ ਹੀ ਗੁਰਬਾਣੀ ਨਾਮ ਵੀ ਕਹਿੰਦੀ ਹੈ। ਤੇ ਉਹ ਜਦੋਂ ਪਰਮੇਸ਼ਰ ਖੁਸ਼ ਹੁੰਦਾ ਕਿਸੇ ਨੂੰ, ਕੋਈ ਵਿਰਲੇ ਵਿਰਲੇ ਜੀਵ ਹੁੰਦੇ ਨੇ ਸੰਸਾਰ ਦੇ ਵਿੱਚ, ਜਿਨ੍ਹਾਂ ਨੂੰ ਆਪ ਉੱਤਮ ਕਰ ਦਿੰਦਾ ਹੈ। ਉਹ ਫਿਰ ਸਾਨੂੰ ਰਸਨਾ ਦੁਆਰਾ ਗਿਆਨ ਦਿੰਦੇ ਨੇ, ਗੁਰ ਦਿੰਦੇ ਨੇ, ਬੋਲ ਕੇ ਰਸਨਾ ਦੁਆਰਾ। ਤੇ ਉਸ ਨੂੰ ਅਸੀਂ ਕੰਨਾਂ ਦੁਆਰਾ ਸੁਣਨਾ ਹੁੰਦਾ ਹੈ ਤੇ ਨੇਤਰਾਂ ਦੁਆਰਾ ਦੇਖਣਾ ਹੁੰਦਾ ਹੈ। ਤੇ ਜਦੋਂ ਫਿਰ ਅਸੀਂ ਉਹ ਸੱਚਾ ਗੁਰ ਲੈ ਕੇ ਉਸ ਦੇ ਨਾਲ ਅਸੀਂ ਰੱਤੇ ਜਾਂਦੇ ਹਾਂ, ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਦਿੰਦਾ ਹੈ। ਪਰ ਦੇਣ ਵਾਲੇ ਕਿੰਨੇ ਕੁ ਹੁੰਦੇ ਨੇ? ਬਿਰਲੇ, ਜਿਨ੍ਹਾਂ ਨੂੰ ਆਪ ਮਾਲਕ ਕਿਰਪਾ ਕਰਕੇ ਇਹ ਦਾਤ ਬਖਸ਼ਿਸ਼ ਕਰਦਾ ਹੈ। ਇਸ ਨੂੰ ਆਪਾਂ ਪੜ੍ਹਦੇ ਹਾਂ ਕਿ ਜਿਸ ਤੇ ਦਇਆ ਕਰਦਾ ਹੈ ਉਸ ਨੂੰ ਫਿਰ ਇਹ ਦਿੰਦਾ ਹੈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਐ ਬਿਰਲੇ ਕੀਤੇ। ਕੋਈ ਵਿਰਲੇ ਨੇ ਜਿਨ੍ਹਾਂ ਨੂੰ ਇਹ ਦਿੰਦਾ ਹੈ। ਉਹ ਫਿਰ ਸਾਨੂੰ ਨਾਮ ਦੇ ਬਾਰੇ ਦੱਸਦੇ ਨੇ। ਉਹਨਾਂ ਨੂੰ ਕਿਉਂ ਦਿੰਦਾ ਹੈ? ਉਹਨਾਂ ਦੀ ਰਸਨਾ ਤੇ ਬੋਲਦਾ ਹੈ, ਕਿਉਂਕਿ ਉਹਨਾਂ ਤੇ ਖੁਸ਼ ਹੋ ਜਾਂਦਾ ਹੈ। ਉਹਨਾਂ ਤੋਂ ਫਿਰ ਆਪਣਾ ਨਾਮ ਜਪਾਉਂਦਾ ਹੈ, ਉਹਨਾਂ ਤੋਂ ਆਪਣੇ ਗੁਣ ਗਵਾਉਂਦਾ ਹੈ। ਇਸ ਨੂੰ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼। ਪ੍ਰਭੂ ਕਿਰਪਾ ਕਰਦਾ, ਉਸ ਨੂੰ ਪ੍ਰਕਾਸ਼ ਕਰ ਦਿੰਦਾ ਹੈ। ਪ੍ਰਭੂ ਦਇਆ ਤੇ ਕਮਲ ਬੇਦਾਸ। ਪ੍ਰਭੂ ਦੀ ਦਇਆ ਨਾਲ ਉਸ ਦਾ ਜਿਹੜਾ ਮਨ ਹੈ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਕਿਉਂਕਿ ਜਦ ਤੱਕ ਮਨ ਪ੍ਰਕਾਸ਼ ਨਹੀਂ ਹੋਏਗਾ ਤੇ ਮਨ ਦੇ ਵਿੱਚ ਪਰਮੇਸ਼ਰ ਦਾ ਵਾਸਾ ਨਹੀਂ ਹੋਏਗਾ। ਅਸਥੂਲ ਦੇ ਵਿੱਚ ਪ੍ਰਕਾਸ਼ ਨਹੀਂ ਬਚ ਸਕਦਾ।
ਪ੍ਰਕਾਸ਼ ਕਿਤੇ ਹੈ ਜਿੱਥੇ ਖਾਲੀ ਖਲਾ ਹੈ, ਜਿੱਥੇ ਆਕਾਰ ਹੈ ਉਸ ਦੇ ਵਿੱਚ ਪ੍ਰਕਾਸ਼ ਨਹੀਂ। ਇਦਾਂ ਪਹਿਲਾਂ ਮਨ ਜਿਹੜਾ ਸਾਡਾ ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਸਾਡੇ ਮਨ ਦੇ ਵਿੱਚ ਹਰੀ ਵਸਦਾ ਹੈ। ਪ੍ਰਭ ਕਿਰਪਾ ਤੇ ਮਨ ਹੋਏ ਪ੍ਰਕਾਸ਼, ਪ੍ਰਭੂ ਦਇਆ ਤੇ ਕਮਲ ਵਿਕਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ। ਫਿਰ ਖੁਸ਼ ਹੁੰਦਾ, ਫਿਰ ਉਸ ਮਨ ਵਿੱਚ ਵਸਦਾ ਹੈ। ਪ੍ਰਭੂ ਦਇਆ ਤੇ ਮਤ ਉੱਤਮ ਹੋਏ, ਫਿਰ ਉਹਦੀ ਦਇਆ ਨਾਲ ਮਤ ਉੱਤਮ ਹੁੰਦੀ ਹੈ। ਇਹ ਸਾਰਾ ਕੁਝ ਆਪ ਕਰਦਾ। ਸਰਵ ਨਿਦਾਨ ਪ੍ਰਭ ਤੁਮਰੀ ਤੇਰੀ ਮਾਇਆ, ਆਪੋ ਕਛੂ ਨਾ। ਇਹ ਕਹਿੰਦੇ ਆਪ ਕੋਈ ਜੀਵ ਕਹੇ ਮੈਂ ਆਪ ਲੈ ਲੈਣਾ, ਨਹੀਂ, ਉਸ ਦੀ ਕਿਰਪਾ ਤੇ ਹੁੰਦਾ ਹੈ। ਜਿੱਤ ਤਲਾਬ ਉੱਤੇ ਲਗਾ ਹਰ, ਫਿਰ ਜਿਵੇਂ ਉਹ ਲਾਉਂਦਾ ਹੈ ਪਰਮੇਸ਼ਰ ਉਹਨਾਂ ਨੂੰ ਉਵੇਂ ਲੱਗਦੇ ਨੇ। ਨਾਨਕ ਇਹਨੇ ਕਹੇ ਕਛੂ ਨਾ ਹੱਥ। ਵੀ ਜਿਹੜਾ ਜੀਵ ਤੁਹਾਨੂੰ ਕੁਛ ਦੱਸਦਾ, ਇਹਦੇ ਬਾਰੇ ਗਿਆਨ ਦਿੰਦਾ, ਜੇ ਆਪਾਂ ਕਹੇ ਵੀ ਇਹਦੇ ਹੱਥ ਹੈ ਕੁਛ, ਮਹਾਰਾਜ ਕਹਿੰਦੇ ਵੀ ਨਹੀਂ, ਇਹ ਤਾਂ ਉਸ ਪ੍ਰਭੂ ਦੀ ਦਾਤ ਹੈ। ਉਹ ਫਿਰ ਚਲਾਉਂਦਾ, ਜਿਵੇਂ ਉਹ ਚਲਾਉਂਦਾ ਉਵੇਂ ਚੱਲਦੇ ਹਾਂ। ਗੁਰੂ ਸਾਹਿਬਾਂ ਦੀ ਬਾਣੀ ਪੜਾਂਗੇ, ਭਗਤਾਂ ਦੀ ਬਾਣੀ ਪੜਾਂਗੇ, ਤੇ ਉਹ ਸਾਨੂੰ ਦੱਸਦੇ ਨੇ ਕਿ ਅਸੀਂ ਨਹੀਂ ਚੱਲ ਰਹੇ। ਸਾਡੀ ਕੀ ਹੈ ਹਾਲਤ, ਅਸੀਂ ਕਿਵੇਂ ਵਿਚਰਦੇ ਹਾਂ। ਅਸੀਂ ਏਦਾਂ ਚੱਲਦੇ ਹਾਂ ਜਿਵੇਂ ਅਸੀਂ ਏਦਾਂ ਰਹਿੰਦੇ ਜਿਵੇਂ ਕੁੱਤਾ ਰਹਿੰਦਾ ਹੈ। ਇੱਕ ਮਾਲਕ ਦੇ ਘਰ, ਆਪਾਂ ਘਰ 'ਚ ਕੋਈ ਕੁੱਤਾ ਰੱਖ ਲਈਏ, ਆਪਾਂ ਸੰਗਲੀ ਲੈ ਕੇ ਇੱਥੇ ਬੰਨ੍ਹ ਦਈਏ, ਉੱਥੇ ਬੈਠਾ ਖੁਸ਼ ਹੈ, ਲੈ ਕੇ ਬਾਹਰ ਚਲੇ ਗਏ, ਚਲੇ ਜਾਂਦਾ ਹੈ। ਏਦਾਂ ਹੀ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਠੀਚੈ ਤਹਿ ਜਾਓ। ਫਿਰ ਉਹਦੇ ਆਪਣੇ ਹੱਥ ਨਹੀਂ ਹੈ, ਜਿਵੇਂ ਪਰਮੇਸ਼ਰ ਚਲਾਉਂਦਾ ਹੈ ਉਵੇਂ ਉਹ ਚੱਲਦੇ। ਜਿਵ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਕਿਉਂਕਿ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ, ਜੇ ਆਪਾਂ ਜੀਵ ਕਹਾਂਗੇ ਵੀ ਅਸੀਂ ਕਰ ਲਵਾਂਗੇ, ਆਪਾਂ ਨਹੀਂ ਕਰ ਸਕਦੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਦੂਜਾ ਨਹੀਂ ਜਾਣ ਸਕਦਾ। ਪਰ ਹੁੰਦੀ ਕਦੋਂ ਹੈ? ਆਪਨ ਸੰਗ ਆਪ ਪ੍ਰਭ ਰਾਤੇ। ਜਦ ਪ੍ਰਭੂ ਕਿਸੇ ਨੂੰ ਆਪਣੇ ਸੰਗ ਆਪ ਰਤ ਲੈਂਦਾ ਹੈ, ਫਿਰ ਉਹਨੂੰ ਇੱਕ ਦਾਤ ਦਿੰਦਾ ਹੈ। ਨਾਨਕ ਹਰ ਗੁਰ ਕੀਨੀ ਦਾਤੇ। ਫਿਰ ਉਸ ਨੂੰ ਇਹ ਦਾਤ ਦਿੰਦਾ ਹੈ, ਫਿਰ ਆਪ ਉਸ ਜਨ ਦੁਆਰਾ ਇਹ ਉਸਤਤ ਕਰਦਾ ਹੈ। ਇਹ ਗੁਰੂ ਸਾਹਿਬਾਂ ਨੇ ਸਮਝਾਇਆ ਹੈ ਕਿ ਕਿਵੇਂ ਆਪਾਂ ਜੀਵਾਂ ਨੂੰ ਉਸ ਮਾਲਕ ਦਾ ਗਿਆਨ ਹੁੰਦਾ ਹੈ, ਕਿਹੜੀ ਅਵਸਥਾ 'ਚ ਜਾ ਕੇ ਹੁੰਦਾ ਹੈ। ਇਹ ਸਾਰਾ ਆਪਾਂ ਜਦੋਂ ਗੁਰਬਾਣੀ ਪੜਾਂਗੇ, ਫਿਰ ਆਪਾਂ ਨੂੰ ਪਤਾ ਚੱਲਦਾ ਜਾਏਗਾ ਵੀ ਕਿਵੇਂ ਹੁੰਦਾ ਹੈ। ਸੁਖਮਨੀ ਸਾਹਿਬ ਵੀ ਪੜ੍ਹ ਕੇ ਦੇਖ ਲਵਾਂਗੇ, ਉਸ ਤੋਂ ਸਾਨੂੰ ਪਤਾ ਚੱਲ ਜਾਏਗਾ ਕਿ ਕਿਵੇਂ ਅਸੀਂ ਬਾਣੀ ਪੜ੍ਹਨੀ ਹੈ, ਕਿਵੇਂ ਇੱਕ ਸ਼ਲੋਕ ਪੜ੍ਹਨਾ ਹੈ, ਫਿਰ ਸ਼ਲੋਕ ਨੂੰ ਇੱਕ ਅਸ਼ਟਪਦੀ ਦੇ ਵਿੱਚ ਸਮਝਣਾ ਹੈ, ਫਿਰ ਇੱਕ ਸਟੈਪ ਅੱਗੇ ਚੱਲਣਾ ਹੈ। ਕਿਉਂਕਿ ਜੇ ਪਹਿਲਾ ਸ਼ਲੋਕ ਤੇ ਅਸ਼ਟਪਦੀ ਨਹੀਂ ਪੜ੍ਹੀ, ਤੇ ਫਿਰ ਆਪਾਂ ਦੂਜੀ ਅਸ਼ਟਪਦੀ ਸ਼ਲੋਕ ਤੇ ਨਹੀਂ ਚੱਲ ਸਕਦੇ। ਜਦੋਂ ਅਸੀਂ ਪਹਿਲੀ ਅਸ਼ਟਪਦੀ ਪੜ੍ਹ ਲੈਂਦੇ ਹਾਂ, ਉੱਥੇ ਸਾਨੂੰ ਉਸ ਗੁਰਦੇਵ ਦੀ ਹੀ ਗਿਆਨ ਦਿੱਤਾ ਜਾਂਦਾ ਹੈ। ਉਹ ਗੁਰ ਦਾ ਜਿਹੜਾ ਆਦਿ ਤੋਂ ਵੀ ਹੈ, ਹੁਣ ਵੀ ਹੈ, ਰਹਿਣ ਵਾਲਾ ਹੈ। ਆਦਿ ਗੁਰ ਨਾਮੈ, ਜੁਗਾਦਿ ਗੁਰ ਨਾਮੈ, ਸਤਿਗੁਰ ਨਾਮੈ, ਸ੍ਰੀ ਗੁਰਦੇਵ ਨਾਮੈ। ਉਸ ਦੇ ਵਿੱਚ ਫਿਰ ਗੁਰ ਤੇ ਨਾਮ ਦਾ ਹੀ ਭੇਦ ਦਿੱਤਾ ਜਾਂਦਾ ਹੈ ਕਿ ਪ੍ਰਭੂ ਦਾ ਸਿਮਰਨ ਕੋਈ ਜੀਵ ਨਹੀਂ ਕਰ ਸਕਦਾ। ਕੋਈ ਸਿਮਰਦਾ ਜਿਹਨੂੰ ਆਪ ਸਿਮਰਾਉਂਦਾ ਹੈ। ਸੋ ਸਿਮਰੈ ਜਿਸ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਜਦੋਂ ਅਸੀਂ ਪਹਿਲੀ ਅਸ਼ਟਪਦੀ ਨੂੰ ਵਿਚਾਰ ਕੇ ਪੜ੍ਹ ਲੈਂਦੇ ਹਾਂ, ਫਿਰ ਅਸੀਂ ਉਸ ਜਨਮ ਦਾ ਸੰਗ ਕਰਕੇ ਕਿੱਥੇ ਜਾਂਦੇ ਹਾਂ? ਪ੍ਰਭੂ ਦੀ ਸ਼ਰਨ ਦੇ ਵਿੱਚ। ਆਏ ਪ੍ਰਭ ਸਰਨਾਗਤੀ ਕਿਰਪਾ ਨੇ ਦਿਆਲ, ਉਸ ਕਰੁ ਦੀ ਛੰਦ ਵਿੱਚ ਜਾਂਦੇ ਹਾਂ, ਜਿੱਥੇ ਜਾ ਕੇ ਫਿਰ ਆਪਾਂ ਉਹ ਗਿਆਨ ਲੈਂਦੇ ਹਾਂ ਮਾਲਕ ਦੀ ਸ਼ਰਨ ਦੇ ਵਿੱਚ ਜਾ ਕੇ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਜਿਹੜਾ ਦੂਜਾ ਸ਼ਲੋਕ ਹੈ ਸੁਖਮਨੀ ਸਾਹਿਬ ਦਾ, ਕਿ ਨਾਨਕ
दीन दर दुख पंजना कट कट नाथ अनाथ सन तुम्हारी आयो नानक के ਉਹ ਸਾਰਿਆਂ 'ਚ ਹੀ ਵਸਦਾ ਪਰ ਉਹਨਾਂ ਦਾ ਸੰਗ ਕਰਕੇ ਅਸੀਂ ਛੱਡ ਜਾਂਦੇ ਹਾਂ ਮਾਲਕ ਕਿਉਂਕਿ ਉਹਦੀ ਛੱਡ 'ਚ ਕਿਉਂ ਜਾਂਦੇ ਹਾਂ ਉਹ ਜਨ ਦੇ ਕੋਲ ਕਿਉਂ ਜਾਂਦੇ ਹਾਂ ਜਦੋਂ ਅਸੀਂ ਪੜਾਂਗੇ ਉਸ ਅਸ਼ਟਪਦੀ ਨੂੰ ਫਿਰ ਸਾਨੂੰ ਪਤਾ ਲੱਗੇਗਾ ਵੀ ਜਿਹੜਾ ਇਹ ਜਨ ਹੈ ਜਿਹਦਾ ਸੰਗ ਕਰਕੇ ਜਾਂਦੇ ਹਾਂ ਉਸ ਨੂੰ ਆਪ ਮਾਲਕ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ ਉਸ ਦਾ ਜਿਹੜਾ ਰੂਪ ਰੰਗ ਸਾਰਾ ਕੁਝ ਕੀ ਹੋ ਗਿਆ ਹੈ ਨਾਮ ਹਰ ਕਾ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਾਜੋ ਜੰਤ ਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਤ ਨਾਮ ਕੋ ਨਾਨਕ ਜਨ ਕੈ ਸਭ ਕੰਮ ਐਸੀ ਦਾਤ ਫਿਰ ਉਹ ਮਾਲਕ ਨੇ ਆਪ ਪਰਮੇਸ਼ਰ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਦੀ ਮਹਿਮਾ ਹੈ नाम की महिमा संत हृद वस है नानक उतरै साध सुन रस है ऐसे संतां दा संग भी बड़ भागा नाल मिलदा है संत का संग बड़ भागी पाई है संत की सेवा नाम ते ही है क्योंकि वो संत फिर सानू दसणगे नाम किवें ते आउणा है उन्हां दी सेवा की है नाल बैठ के परमेश्वर दे नाम नूं पाउणा नाम के बराबर और कुछ नहीं है नाम तुलका शबर ना होए नानक गुरमुख नाम पावे जाना कोई जदों असी नाम नूं जान लैंदे हां बुझ लैंदे हां नाम दा भेत आ जांदा है सानू फिर सानू पता चलदा है भी जो वेद पुराना ग्रंथां नूं असी पढ़दे हां वो उत्थे तक नाम तक नहीं पहुंच सकते पर जदों ज्ञान हो जाता है जब पढ़ते हाँ बहुत शास्त्र बहुत सिमरती पेखे सर्व टडोल पूजस नाही हर हरे नानक नाम ये अमोल वस्तु है ये नहीं उत्थे पुछ सकते ये तो जेड़े हरि ते जन ने उन्हां दा संग करके आपां एक वारी ज्ञान लेना हुंदा है नानक नाम नानक गुरमुख नाम जपिया एक बार भी एक बार तुसी गुर दा ज्ञान लेना है कितों लेना है संत जना तो साधु जना तो वो की केड़ा ज्ञान है गुर किथे मुक्ति क्योंकि जिहड़ा ये अपना तन है इथों थले ये एक शूद्र है जिहड़ा आपां बैस ते शूद्र कहते हाँ इस शरीर है लेकिन जिहड़ा ब्राह्मण ते खत्री है ये मन है ते मन जे साडा ब्रह्म दा ज्ञान हो गया फिर ये सारा खेल कित्थे दा है ज्ञान इंद्रियां दा ज्ञान इंद्रियां पहला मालिक नूं देखदियां उसदी विचार करदियां ने ते फिर शरीर द्वारा उसका समझाਉਂਦੀਆਂ ने जिवें आपां संसार दे भी कर्म कोई करना है पहला आपां सोचते हाँ भी इदां करना है कर्म ज्ञान इंद्रियां पहला सोचदियां ने फिर कर्म इंद्रियां उसनूं करदियां ने कि कर्म इंद्रियां उसदे अधीन ने ज्ञान इंद्रियां दे जो ज्ञान इंद्रियां कहणगियां वो कर्म इंद्रियां करदियां ने हुण ज्ञान इंद्रियां जिहड़ियां साडीआं ने वो साडे वस दे विच नहीं रहियां क्योंकि वो किन्हां दे वस आ गईयां पंजां दे ਹੁਣ ਇਹਨਾਂ ਨੂੰ ਪੰਜ ਵਰਤਦੇ ਨੇ ਤੇ ਜਿਹੜੀਆਂ ਸਾਡੇ ਅਸਲੀ ਗਿਆਨ ਇੰਦਰੀਆਂ ਸੀ ਉਹਨਾਂ ਨੂੰ ਸੁਲਾ ਦਿੱਤਾ ਨੇਤਰ ਵੀ ਸਾਡੇ ਸੌਂ ਗਏ ਨੇਤਰ ਕਿਵੇਂ ਸੌਂਦੇ ਹੁਣ ਫਰਜ਼ ਕਰੋ ਮੈਂ ਇੱਥੇ ਬੈਠਾ ਮੈਂ ਦੂਜੇ ਦੇ ਰੂਪ ਨੂੰ ਦੇਖਦਾ ਹਾਂ ਹੁਣ ਮੇਰੇ ਤੇ ਉਸ ਤੁਹਾਡੇ ਵਿਚਾਲੇ ਨਿਰੰਕਾਰ ਹੈ ਇਸ ਨੂੰ ਨਹੀਂ ਦੇਖਦਾ ਕਿਉਂਕਿ मैं रूप ही देखना है मैं शक्ल ही देखनी है मैं आकार ही देखना निरंकार नहीं देखना जद कि महाराज दस्या है कि असी निरंकार दे विच दी आकार नूं देखना है सूक्ष्म मैं जाना स्थूल क्योंकि ज्यों अखां खुलणियां सब तो पहला निरंकार है उस तो बाद आकार है
ਹੁਣ ਜੇ ਸਾਡੀਆਂ ਅੱਖਾਂ ਨਿਰੰਕਾਰ ਨੂੰ ਨਹੀਂ ਦੇਖਦੀਆਂ, ਸਿਰਫ ਸੰਸਾਰ ਨੂੰ ਦੇਖਦੀਆਂ, ਉੱਥੇ ਗੁਰਬਾਣੀ ਕਹਿੰਦੀ ਹੈ ਕਿ ਅੱਖਾਂ ਸੌਂ ਗਈਆਂ। ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ। ਹੁਣ ਸਰਵਣ ਨੇ ਅਸੀਂ ਗੁਰ ਦਾ ਗਿਆਨ ਲੈਣਾ ਸੀ, ਸੱਚਾ ਉਪਦੇਸ਼ ਲੈਣਾ ਸੀ, ਜਿਸ ਦੇ ਵਾਸਤੇ ਸਾਡੇ ਕੰਨ ਲਾਏ ਸੀ, ਸੱਚੀ ਬਾਣੀ ਨੂੰ ਸੁਣਨਾ ਸੀ। ਜੇ ਅਸੀਂ ਉਹ ਸੱਚੀ ਬਾਣੀ ਨਹੀਂ ਸੁਣੀ ਤੇ ਸਾਡੇ ਨੇਤਰ ਕੰਨ ਵੀ ਸੌਂ ਗਏ, ਕਿਉਂਕਿ ਅਸੀਂ ਨਿੰਦਾ ਵਿਚਾਰ ਹੀ ਸੁਣਦੇ ਹਾਂ। ਸਰਵਣ ਸੋਏ ਸੁਣ ਨਿੰਦ ਵਿਚਾਰ। ਤੇ ਰਸਨਾ ਜਿਸ ਨੇ ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਸੀ, ਉਸ ਨਾਮ ਦੀ ਗੱਲ ਕਰਨੀ ਸੀ, ਉਸ ਨਾਮ ਦਾ ਭੇਦ ਦੇਣਾ ਸੀ, ਉਸ ਨਾਮ ਦੀ ਸਿਫਤ ਸਲਾਹ ਕਰਨੀ ਸੀ, ਉਹ ਨਹੀਂ ਕਰਦੀ ਤੇ ਸਿਰਫ ਸਵਾਦਾਂ ਤੱਕ ਫਸ ਗਈ। ਉੱਥੇ ਰਸਨਾ ਦੀ ਸੌਂ ਗਈ। ਰਸਨਾ ਸੋਈ ਲੋਭ ਮੀਠੇ ਸਾਧ। ਤੇ ਮਾਇਆ ਦੇ ਨਾਲ ਪਿਆਰ ਹੋਣ ਕਰਕੇ ਮਾਇਆ ਦਾ ਨਸ਼ਾ ਹੋ ਗਿਆ। ਨਿਰੰਕਾਰ ਨੂੰ ਦੇਖਿਆ ਨਹੀਂ ਤੇ ਉਹ ਮਨ ਸੌ ਗਿਆ। ਮਨ ਸੋਇਆ ਮਾਇਆ ਬੇਸਮਾਰ। ਹੁਣ ਏਦਾਂ ਸਾਡੀਆਂ ਗਿਆਨ ਇੰਦਰੀਆਂ ਸਲਾਹ ਦਿੱਤੀਆਂ ਨੇ। ਹੁਣ ਜਦੋਂ ਅਸੀਂ ਫਿਰ ਇਹ ਗਿਆਨ ਲੈਂਦੇ ਹਾਂ, ਫਿਰ ਸਾਡੇ ਨੇਤਰ ਵੀ ਜਾਗਦੇ ਨੇ। ਪਰ ਜਾਗਣ ਵਾਸਤੇ ਪਹਿਲਾ ਤਰੀਕਾ ਕੀ ਹੈ? ਸੁਣਦਾ। ਪਹਿਲਾਂ ਸੁਣਦਾ ਹੈ। ਜਿਵੇਂ ਬਾਣੀ ਵੀ ਆਪਾਂ ਪੜ੍ਹਦੇ ਹਾਂ, ਆਪਾਂ ਨੂੰ ਪੜ੍ਹਨ ਨੂੰ ਪਹਿਲਾਂ ਨਹੀਂ ਕਿਹਾ, ਪਹਿਲਾਂ ਸਾਨੂੰ ਸੁਣਨ ਨੂੰ ਕਿਹਾ ਹੈ। ਕਿਉਂਕਿ ਜਿਹੜਾ ਸਿੱਖ ਹੈ, ਸਿੱਖ ਪਹਿਲਾਂ ਸੁਣਦਾ ਹੈ ਫਿਰ ਪੜ੍ਹਦਾ। ਜਿਵੇਂ ਬੱਚੇ ਨੇ ਸਕੂਲ 'ਚ ਜਾਂਦੇ ਨੇ, ਪਹਿਲਾਂ ਟੀਚਰ ਤੋਂ ਸਿੱਖਦੇ ਨੇ, ਉੱਥੇ ਸੁਣਦੇ ਨੇ, ਉਸ ਤੋਂ ਬਾਅਦ ਸਿੱਖ ਕੇ ਬਾਅਦ 'ਚ ਪੜ੍ਹਦੇ ਨੇ। ਏਦਾਂ ਹੀ ਜਿਹੜੀ ਬਾਣੀ ਮਹਾਰਾਜ ਸਮਝਾਉਂਦੇ ਨੇ, ਆਇਓ ਸੁਣਨ ਪੜ੍ਹਨ ਕੋ ਬਾਣੀ। ਆਏ ਸੀ, ਪੜ੍ਹਨੀ ਸੀ, ਪਹਿਲਾਂ ਸੁਣਨੀ ਸੀ, ਪੜ੍ਹਨ ਦਾ ਤਰੀਕਾ ਸਿੱਖਣਾ ਸੀ, ਫਿਰ ਪੜ੍ਹਨੀ ਸੀ। ਲੇਕਿਨ ਅਸੀਂ ਸਿੱਖ ਨਹੀਂ ਬਣੇ, ਅਸੀਂ ਆਪ ਹੀ ਪੜ੍ਹ ਲੱਗੇ। ਇਸ ਕਰਕੇ ਸਾਨੂੰ ਬਾਣੀ ਦਾ ਫਿੱਕ ਨਹੀਂ ਹੈ। ਪਹਿਲਾਂ ਅਸੀਂ ਸਿੱਖਣਾ ਕੀ ਸੀ? ਇੱਕ ਗੁਰ ਦੀ ਸਿੱਖ ਲੈਣੀ ਸੀ, ਜਿਹਦੇ ਨਾਲ ਸਾਡੀ ਮੱਤ ਰਤਨਾ ਜਵੇਰਾਂ ਦੀ ਹੋਣੀ ਸੀ। ਪਰ ਲੈਣੀ ਕਿਹਦੀ ਸੀ? ਉਹਨਾਂ ਭਗਤਾਂ ਦੀ ਲੈਣੀ ਸੀ ਜਿਨ੍ਹਾਂ ਦੇ ਮਨ ਨੂੰ ਪ੍ਰਕਾਸ਼ ਹੋ ਗਿਆ ਹੈ। ਮਹਾਰਾਜ ਸਮਝਾਉਂਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪਾ ਕਾ ਨਾਸ। ਹੁਣ ਉਹ ਇੱਕ ਸਿੱਖ ਸੁਣਨੀ ਸੀ ਭਗਤਾਂ ਦੀ, ਕਿਉਂਕਿ ਭਗਤਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਹੈ। ਉੱਥੇ ਸੁੱਖਾਂ ਦੀ ਮਣੀ ਹੈ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਾਰ। ਉਹਨਾਂ ਦੇ ਮਨ 'ਚ ਵਸਿਆ ਹੈ। ਜੇ ਆਪਾਂ ਉਹਨਾਂ ਤੋਂ ਇੱਕ ਸਿੱਖ ਲੈਣੀ, ਸਿਰਫ ਇੱਕ ਹੀ ਗਿਆਨ ਲੈਣਾ ਹੈ, ਇੱਕ ਹੀ ਸ਼ਬਦ ਅਸੀਂ ਜਾਪਣਾ ਹੈ। ਜਿਹੜਾ ਜਾਪ ਹੈ, ਜਾਪ ਦਾ ਅਸੀਂ ਅਰਥ ਹੀ ਹੋਰ ਕਰਦੇ। ਜਾਪ ਦਾ ਅਰਥ ਹੈ ਦੇਖਣਾ, ਜਾਪਣਾ। ਲੇਕਿਨ ਅਸੀਂ ਅੱਖਾਂ ਮੀਚ ਕੇ ਕਰਨ ਲੱਗ ਜਾਂਦੇ, ਦੇਖਦੇ ਅਸੀਂ ਹੈ ਹੀ ਨਹੀਂ ਕਿ ਜੋ ਮਾਲਕ ਸਾਹਮਣੇ ਹੈ। ਫਰਜ਼ ਕਰੋ ਬੱਚਾ ਮਾਂ ਬਾਪ ਨੂੰ ਦੇਖ ਕੇ ਅੱਖਾਂ ਮੀਚ ਲਵੇ ਤੇ ਕਿ ਮਾਂ ਬਾਪ ਨੂੰ ਚੰਗਾ ਲੱਗੇ, ਤਾਂ ਇਹ ਸਮਝੇਗਾ ਵੀ ਮੇਰਾ ਦੇਖਣਾ ਹੀ ਨਹੀਂ ਚਾਹੁੰਦਾ। ਏਦਾਂ ਹੀ ਪਰਮੇਸ਼ਰ ਸਭ ਦੇ ਸਾਹਮਣੇ ਹੈ। ਜਾਂ ਤਾਂ ਅਸੀਂ ਕੰਮਾਂ ਕਾਰਾਂ 'ਚ ਲੱਗੇ, ਸਾਡਾ ਧਿਆਨ ਉਹਨਾਂ ਚੀਜ਼ਾਂ 'ਚ ਜਾਣਾ ਹੈ। ਜੇ ਕਿਤੇ ਅਸੀਂ ਵਿਹਲੇ ਹਾਂ ਵੀ ਰੱਬ ਦੀ ਭਗਤੀ 'ਚ ਲੱਗਣਾ ਹੈ, ਫਿਰ ਅਸੀਂ ਅੱਖਾਂ ਮੀਚ ਕੇ ਬੈਠ ਜਾਂਦੇ ਹਾਂ। ਤੇ ਪਰਮੇਸ਼ਰ ਨੂੰ ਕਿਵੇਂ ਦੇਖਾਂਗੇ? ਕਹਿੰਦੇ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਬੰਦਾ ਜੰਤ ਦੂਰੇ। ਕਿਉਂਕਿ ਉਹ ਨੇੜੇ ਵਸਦਾ। ਅਸੀਂ ਕਹਿੰਦੇ ਵੀ ਅੱਖਾਂ ਮੀਚ ਕੇ ਹੁਣ ਦੇਖਾਂਗੇ। ਗੁਰਬਾਣੀ ਦੇ ਵਿੱਚ ਇਸ ਚੀਜ਼ ਦਾ ਬੜਾ ਵਿਰੋਧ ਹੈ। ਕਹਾਂ ਪਇਓ ਦੋ ਲੋਚਨ ਮੂੰਦ ਪੈ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਥ ਕਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ, पर लोग गवायो, बास कियो बख्यान सो बैठ के, ऐसे ही ऐसे सो बैस बतायो, साच कहो सुन ले हो सब, जिन प्रेम कियो तिन ही प्रगटायो। वो तो प्रेम का मार्ग है। प्रेम देखे तो बिना पह नहीं सकता, सह देखे बिन प्रीत ना उपजा। अंधा क्या करे? कहने की करे अंधा? सह देखे नहीं, प्रीत के नहीं। ਪਰ ਉਸ ਨੂੰ ਦੇਖਣ ਵਾਸਤੇ ਫਿਰ ਅੱਖਾਂ ਲੈਣੀਆਂ ਪੈਂਦੀਆਂ ਨੇ।
ਨਾਨਕ ਜਿਨ ਅੱਖੀ ਲੀਤੀਆਂ ਸਹੀ ਸੱਚਾ ਦੇ। ਉਹ ਸਾਨੂੰ ਉਹ ਨੇਤਰ ਦਿੰਦਾ ਹੈ ਜਿਨ੍ਹਾਂ ਦੇ ਨਾਲ ਉਸ ਮਾਲਕ ਦੇ ਦਰਸ਼ਨ ਹੁੰਦੇ ਨੇ। ਪਰ ਉਹ ਗਿਆਨ ਦਾ ਸੁਰਮਾ ਕਿੱਥੇ ਪਾਇਆ ਜਾਂਦਾ ਹੈ? ਨੇਤਰਾਂ ਵਿੱਚ। ਸਿਰਫ ਕੰਨਾਂ ਤੱਕ ਸੀਮਤ ਨਹੀਂ ਰਹਿ ਜਾਂਦਾ। ਜਿਵੇਂ ਆਪਾਂ ਸਮਝੀਏ ਕਿ ਆਪਣੀ ਅੱਖਾਂ ਨੂੰ ਰੋਗ ਲੱਗਿਆ ਹੈ, ਆਪਣੇ ਅੱਖਾਂ ਨੂੰ ਕੋਈ ਰੋਗ ਹੈ ਕਿ ਆਪਾਂ ਨੂੰ ਅੱਖਾਂ ਤੋਂ ਆਪਾਂ ਕਹੀਏ ਵੀ ਘੱਟ ਨਜ਼ਰ ਆਉਂਦਾ ਹੈ। ਆਪਾਂ ਡਾਕਟਰ ਕੋਲ ਜਾਂਦੇ ਹਾਂ, ਅੱਖਾਂ ਦੇ ਡਾਕਟਰ ਕੋਲ ਜਾਂਦੇ, ਉਸਨੂੰ ਆਪਣਾ ਰੋਗ ਦੱਸਦੇ ਤੇ ਉਹ ਡਾਕਟਰ ਸਾਨੂੰ ਦਵਾਈ ਦਿੰਦਾ ਵੀ ਆਹ ਦਵਾਈ ਹੈ, ਇਸ ਦੇ ਤੁਸੀਂ 2-2 ਤੁਪਕੇ ਦਿਹਾੜੀ 'ਚ 3 ਵਾਰ ਆਪਣੀਆਂ ਅੱਖਾਂ 'ਚ ਪਾਉਣੇ ਨੇ। ਹੁਣ ਡਾਕਟਰ ਨੇ ਸਾਨੂੰ ਮੂੰਹ ਨਾਲ ਬੋਲ ਕੇ ਸਮਝਾ ਦਿੱਤਾ, ਦਵਾਈ ਦਿਖਾ ਦਿੱਤੀ ਤੇ ਅਸੀਂ ਕੰਨਾਂ ਨਾਲ ਸੁਣ ਵੀ ਲਿਆ। ਜੇ ਆ ਕੇ ਅੱਖਾਂ 'ਚ ਪਾਇਆ ਨਹੀਂ ਤੇ ਸਾਡਾ ਇਲਾਜ ਨਹੀਂ ਹੋ ਸਕਦਾ। ਏਦਾਂ ਹੀ ਜਿਹੜਾ ਗੁਰ ਦਾ ਗਿਆਨ ਹੈ ਉਹ ਨੇਤਰਾਂ 'ਚ ਪਾਇਆ ਜਾਣਾ ਹੈ। ਉਹ ਨੇਤਰਾਂ 'ਚ ਅਸੀਂ ਗਿਆਨ ਨਹੀਂ ਪਾਇਆ, ਅਸੀਂ ਬੋਲ ਲਿਆ, ਸੁਣ ਲਿਆ, ਇੱਥੇ ਤੱਕ ਹੀ ਸੀਮਤ ਹਾਂ ਤੇ ਸਾਨੂੰ ਪ੍ਰਕਾਸ਼ ਨਹੀਂ ਹੁੰਦਾ। ਮੇਰੇ ਕਹਿੰਦੇ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ। ਅਗਿਆਨ ਅੰਧੇਰੇ ਸੂਝਸ ਨਾਹੀ ਬਹੁੜ ਬਹੁੜ ਪਰਮਤ। ਜਦ ਤੱਕ ਗਿਆਨਤਾ ਵਿੱਚ ਹਾਂ ਸੁਝਦਾ ਨਹੀਂ, ਅੰਧੇਰਾ ਹੈ। ਜਦੋਂ ਗਿਆਨ ਦਾ ਸੁਰਮਾ ਨੇਤਰਾਂ 'ਚ ਪੈ ਜਾਂਦਾ ਹੈ ਫਿਰ ਪ੍ਰਕਾਸ਼ ਹੁੰਦਾ ਹੈ। ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਜਨ ਕੀ ਹੈ? ਗੁਰ। ਉਹਦੇ ਨਾਲ ਕੀ ਹੁੰਦਾ? ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਅੰਧੇਰੇ ਦਾ ਵਿਨਾਸ਼ ਹੁੰਦਾ। ਦਿੱਤਾ ਗੁਰ ਕਿਸ ਨੇ? ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਕਿਰਪਾ ਕੀਤੀ ਕਿ ਸੰਤ ਦਾ ਮਿਲਾਪ ਹੋਇਆ। ਉਹਨੇ ਗੁਰ ਦਿੱਤਾ ਤੇ ਨਾਨਕ ਮਨ ਪ੍ਰਗਾਸ, ਮਨ ਪ੍ਰਕਾਸ਼ ਹੋ ਗਿਆ। ਹੁਣ ਇਸ ਸ਼ਲੋਕ ਨੂੰ ਅੱਗੇ ਪੜਾਂਗੇ, ਅਸ਼ਟਪਦੀ ਪੜਾਂਗੇ ਸਮਝਣ ਵਾਸਤੇ ਤੇ ਉੱਥੇ ਚੱਲ ਜਾਏਗਾ। ਸੰਤ ਸੰਗ ਅੰਤਰ ਪ੍ਰਭ ਰੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮਗਰੀ ਏਕ ਸਕਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌ-ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਦ ਅਨਹਦ ਤੇ ਨਾਦ ਕਹਿਣ ਨਾ ਜਾਈ। ਅਚਰਜ ਵਿਸਮਤ। ਹੁਣ ਕਹਿ ਨਹੀਂ ਸਕਦੇ ਨਾਮ ਨੂੰ, ਕਹਿਣ 'ਚ ਨਹੀਂ ਆਉਂਦਾ ਕਿਉਂਕਿ ਜੋ ਕਿਹਾ ਜਾਏਗਾ ਉਹ ਲਿਖਿਆ ਜਾਏਗਾ। ਇਸ ਕਰਕੇ ਉਹ ਲੇਖੇ ਵਿੱਚ ਨਹੀਂ ਹੈ, ਉਹ ਕਹਿਣ ਵਿੱਚ ਨਹੀਂ ਹੈ, ਉਹ ਦੇਖਣ ਵਿੱਚ ਹੀ ਹੈ। ਕਥਨ ਕਹਿਣ ਕੋ ਸੋਜੀ ਨਾਹੀ, ਜੋ ਪੇਖੈ ਤਿਸ ਮਨ ਆਵੇ। ਮਤਲਬ ਕਹਿੰਦੇ ਜੋ ਦੇਖੇਗਾ ਉਸ ਉਹ ਤਰੀਕਾ ਲੈ ਕੇ ਦੇਖ ਹੀ ਸਕਦਾ ਹੈ, ਕਹਿਣ ਦੇ ਵਿੱਚ ਨਹੀਂ ਹੈ। ਬਾਬਾ ਕਬੀਰ ਜੀ ਨੂੰ ਵੀ ਪੁੱਛਿਆ ਵੀ ਦੱਸੋ ਕਿਹੋ ਜਿਹਾ ਹੈ, ਕਿੰਨਾ ਕੋ ਆਨੰਦ ਹੈ? ਉਹ ਕਹਿੰਦੇ ਨਹੀਂ, ਕਹੇ ਬੇਕੋ ਸੋਭਾ ਨਹੀਂ, ਦੇਖਾ ਹੀ ਪਰਵਾ। ਵੀ ਕਹਿ ਨਹੀਂ ਸਕਦੇ। ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ, ਉਹ ਕਹਿਣ 'ਚ ਨਹੀਂ ਆਉਂਦਾ, ਉਹ ਬਿਆਨ ਵਿੱਚ ਨਹੀਂ ਆਉਂਦਾ, ਸਿਰਫ ਉਸ ਨੂੰ ਦੇਖ ਕੇ ਆਨੰਦ ਮਾਣ ਸਕਦੇ ਹੋ। ਜਿਨ੍ਹਾਂ ਨੂੰ ਬੁਝਾ ਦਿੰਦਾ ਹੈ ਉਹ ਵਿਸਮਾਦ ਨੂੰ ਦੇਖ ਕੇ ਖੁਦ ਵੀ ਵਿਸਮਾਦ ਹੋ ਜਾਂਦੇ ਨੇ। ਵਿਸਮਨ ਵਿਸਮ ਪਏ ਵਿਸਮਾਦ, ਜਿਨ ਬੁਝਿਆ ਇਸ ਆਇਆ ਸਵਾਦ। ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲੈ। ਉਹ ਦਾਤੇ ਦੁੱਖ ਕਾਟਣ ਹਾਰ, ਜਾ ਕੇ ਸੰਗ ਕਰੇ ਸੰਸਾਰ। ਜਨ ਕਾ ਸੇਵਕ ਸੋਬੜ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ। ਹੁਣ ਗੁਰ ਹੈ ਉਹ ਜੁਗਤੀ ਹੈ। ਫਰਜ਼ ਕਰੋ ਮੈਂ ਦੱਸਾਂ ਮੈਂ ਦੇਖਿਆ ਹੈ ਪਰਮੇਸ਼ਰ ਨੂੰ, ਮੈਂ ਆਪਣੇ ਨੇਤਰਾਂ 'ਚ ਕਿਹੜਾ ਗਿਆਨ ਪਾਇਆ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ। ਜਾਂ ਮੈਨੂੰ ਦਿਸਦਾ ਨਹੀਂ ਸੀ, ਮੈਂ ਕਿਸ ਡਾਕਟਰ ਤੋਂ ਦਵਾਈ ਲੈ ਕੇ ਆਇਆ, ਮੈਨੂੰ ਦਿਸਣ ਲੱਗ ਗਿਆ, ਮੈਂ ਦੱਸ ਸਕਦਾ ਹਾਂ ਵੀ ਉਹ ਡਾਕਟਰ ਤੋਂ ਮੈਂ ਲੈ ਕੇ ਆਇਆ, ਤੁਸੀਂ ਵੀ ਉਸ ਡਾਕਟਰ ਕੋਲ ਜਾਓ। ਮੈਂ ਕੋਈ ਉਹਦਾ ਇਲਾਜ ਨਹੀਂ ਕਰਨ ਬੈਠ ਗਿਆ, ਮੈਂ ਕੋਈ ਡਾਕਟਰ ਨਹੀਂ ਬਣ ਗਿਆ। ਮੈਨੇ ਦੱਸਦਾ ਵੀ ਉਹ ਡਾਕਟਰ ਤੋਂ ਮੈਂ ਦਵਾਈ ਲੈ ਕੇ ਆਇਆ, ਮੈਨੂੰ ਦਿਸਣ ਲੱਗ ਪਿਆ, ਤੁਸੀਂ ਵੀ ਉਸ ਡਾਕਟਰ ਤੋਂ ਦਵਾਈ ਲੈ। ਏਦਾਂ ਹੀ ਸਾਡਾ ਵੈਦ ਕੌਣ ਹੈ? ਪਰਮੇਸ਼ਰ। ਮੇਰਾ ਵੈਦ ਗੁਰੂ ਗੋਬਿੰਦ। ਅਸੀਂ ਦੱਸਦੇ ਹਾਂ ਵੀ ਉਹ ਪਰਮੇਸ਼ਰ ਕਿੱਥੇ ਵਸਦਾ ਹੈ ਸਾਡੇ ਸਰੀਰ ਦੇ ਵਿੱਚ, ਕਿਵੇਂ ਜਾਣਾ, ਕਿਹੜਾ ਰਸਤਾ ਹੈ, ਕਿਵੇਂ ਉਹਦੀ ਸ਼ਰਨ ਵਿੱਚ ਜਾਣਾ ਹੈ, ਜਿੱਥੇ ਜਾ ਕੇ ਸਾਡਾ ਉਦਾਰ ਹੋਣਾ ਹੈ। ਐਸਾ ਪ੍ਰਭੂ ਜਿਸ ਦੇ ਸ਼ਰਨ 'ਚ ਗਿਆ ਗਨਕਾ ਉਦਰ ਸਕਦੀ ਹੈ, ਅਜਾਮਲ ਉਦਰ ਸਕਦਾ ਹੈ, ਧਰੂਵ ਇੱਕ ਬੱਚਾ ਅਟਲ ਨਿਰਭਉ ਪਦ ਪਾ ਸਕਦਾ ਹੈ।
ਤੇ ਅਸੀਂ ਕਿਉਂ ਨਹੀਂ ਉਸ ਦੇ ਸ਼ਨ ਜਾ ਕੇ ਮੁਕਤ ਹੋ ਸਕਦੇ। ਗੁਰਬਾਣੀ ਸਾਨੂੰ ਇਹ ਸਮਝਾ ਰਹੀ ਹੈ ਵੀ ਭਾਈ ਜੇ ਉਹ ਤਰ ਸਕਦੇ, ਉਹਨਾਂ ਦੀ ਉਦਾਹਰਨ ਦੇਣ ਦਾ ਕੀ ਮਕਸਦ ਹੈ ਗੁਰੂ ਸਾਹਿਬਾਨਾਂ ਦਾ, ਭਗਤਾਂ ਦਾ, ਕਿ ਜੇ ਐਡੇ ਐਡੇ ਪਾਪੀ ਉਧਰ ਸਕਦੇ ਨੇ, ਤੁਸੀਂ ਕਿਉਂ ਨਹੀਂ ਉਧਰ ਸਕਦੇ। ਜੇ ਉਹ ਮਿਲ ਸਕਦੇ ਨੇ, ਅਸੀਂ ਕਿਉਂ ਨਹੀਂ ਮਿਲ ਸਕਦੇ। ਆਪਾਂ ਦੇਖਦੇ ਹਾਂ, ਤੁਸੀਂ ਸੰਸਾਰ ਵੱਲ ਦੇਖੋ, ਸਾਇੰਸ ਵੱਲ ਦੇਖੋ। ਅੱਜ ਸਾਇੰਸ ਵੱਲ ਦੇਖੋ ਕਿ ਸਾਇੰਸ, ਜੋ ਸਾਇੰਸਦਾਨਾਂ ਨੇ ਪਹਿਲਾਂ ਖੋਜ ਕੀਤੀ, ਹੁਣ ਸਾਇੰਸਦਾਨ ਉਸ ਤੋਂ ਅੱਗੇ ਚੱਲ ਰਹੇ ਨੇ। ਜੋ ਕਹਿੰਦੇ ਵੀ ਉਹ ਸਾਇੰਸਦਾਨ ਖੋਜ ਕਰ ਗਏ, ਅਸੀਂ ਨਹੀਂ ਕਰ ਸਕਦੇ, ਤੇ ਨਹੀਂ ਸੀ ਹੋਣੀ, ਪਰ ਉਹਨਾਂ ਹੋਰ ਕੋਸ਼ਿਸ਼ ਕੀਤੀ, ਹੋਰ ਨਵੀਂ ਖੋਜ ਚੱਲ ਰਹੀ ਹੈ। ਪਰ ਉਹਦਾ ਕਾਰਨ ਕੀ ਹੈ? ਉਹਦੇ ਦੋ ਕਾਰਨ ਨੇ। ਇੱਕ ਤਾਂ ਜੋ ਉਹਨਾਂ ਦੀ ਸਾਇੰਸ ਜੋ ਖੋਜ ਕੀਤੀ ਉਸ ਤੇ ਉਹ ਤਰਕ ਨਹੀਂ ਕਰਦੇ, ਉਸ ਨੂੰ ਮੰਨਦੇ ਨੇ। ਦੂਜਾ, ਉਹਨਾਂ ਦਾ ਇਹ ਮਕਸਦ ਨਹੀਂ ਵੀ ਜਿਸ ਸਾਇੰਸਦਾਨ ਨੇ ਇਹ ਖੋਜ ਕੀਤੀ ਉਸ ਦੀ ਮਾਂ ਕੌਣ ਸੀ, ਉਸ ਦਾ ਬਾਪ ਕੌਣ ਸੀ, ਉਸ ਦਾ ਜਨਮ ਕਿਹੜੇ ਪਿੰਡ 'ਚ ਹੋਇਆ, ਐਸਾ ਨਹੀਂ ਹੈ। ਉਹ ਉਸ ਦੇ ਗਿਆਨ ਨਾਲ ਜੁੜਦੇ ਨੇ। ਹੁਣ ਆਪਾਂ ਗੁਰਬਾਣੀ ਨਾਲ ਨਹੀਂ ਜੁੜਦੇ, ਆਪਾਂ ਕੀ ਜੁੜਦੇ ਹਾਂ? ਆਪਾਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਪਿਤਾ ਕੌਣ ਸੀ, ਗੁਰੂ ਨਾਨਕ ਸਾਹਿਬ ਦਾ ਮਾਤਾ ਕੌਣ ਸੀ, ਦਾਈ ਕੌਣ ਸੀ। ਏਦਾਂ ਆਪਾਂ ਕਿਹਦੇ ਨਾਲ ਜੁੜ ਗਏ? ਸਰੀਰਾਂ ਨਾਲ। ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਵੀ ਕੌਣ ਹੈ ਤੁਹਾਡਾ ਪਿਤਾ, ਉਹ ਤਾਂ ਕਹਿੰਦੇ ਹਰੀ ਹੀ ਸਾਡਾ ਮਾਤਾ ਹੈ, ਹਰੀ ਹੀ ਪਿਤਾ ਹੈ। ਅਸੀਂ ਤਾਂ ਉਸੇ ਦੇ ਬੱਚੇ ਹਾਂ, ਉਹੀ ਸਾਨੂੰ ਪਾਲਣਹਾਰ ਹੈ। ਜੇ ਆਪਾਂ ਪੁੱਛੀਏ ਵੀ ਤੁਹਾਡਾ ਜਨਮ ਕਿੱਥੇ ਹੋਇਆ, ਗੁਰੂ ਨਾਨਕ ਸਾਹਿਬ ਨੂੰ ਪੁੱਛੀਏ, ਉਹ ਤਾਂ ਕਹਿੰਦੇ ਅਸੀਂ ਸਤਿਗੁਰ ਕੇ ਜਨਮ ਹੈ ਗਗਨ ਮਟਾਇਆ, ਅਨਹਤ ਰਾਤੇ ਇਹ ਮਨ ਲਾਇਆ। ਤੇ ਅਸੀਂ ਕੀ ਬਣਾ ਕਹਿ ਰਹੇ ਹਾਂ ਕਿ ਇੱਥੇ ਜਨਮ ਹੋਇਆ? ਕਿਉਂਕਿ ਅਸੀਂ ਗਿਆਨ ਨਾਲ ਜਦੋਂ ਜੁੜਾਂਗੇ ਫਿਰ ਸਾਨੂੰ ਪਤਾ ਲੱਗੇਗਾ ਵੀ ਗੁਰੂ ਨਾਨਕ ਸਰੀਰ ਨਹੀਂ ਸੀ, ਗੁਰੂ ਨਾਨਕ ਜੋਤ ਸੀ। ਆਪ ਪਰਮੇਸ਼ਰ ਪ੍ਰਗਟ ਹੋ ਗਿਆ ਸੀ ਉਹਨਾਂ ਦੇ ਸਾਹਮਣੇ। ਆਪ ਨਰੈਣ ਕਲਾਕਾਰ ਜਗ ਮੈਂ ਪਰਵਰੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇ। ਸੋ ਇਸ ਤਰੀਕੇ ਨਾਲ ਫਿਰ ਸਾਨੂੰ ਸਮਝਾਇਆ ਹੈ ਕਿ ਪਰਮੇਸ਼ਰ ਕਿਹਨੂੰ ਜਨਾ ਦਿੰਦਾ ਹੈ? ਜਿਹੜੇ ਮੂਰਖ ਨੇ ਉਹਨਾਂ ਨੂੰ ਮਿਲਦਾ ਹੈ, ਗਿਆਨਵਾਨਾਂ ਨੂੰ ਨਹੀਂ ਮਿਲਦਾ। ਭੋਲੇ ਭਾਲੇ ਲੋਕਾਂ ਨੂੰ ਪਰਮੇਸ਼ਰ ਮਿਲਦਾ ਹੈ, ਕਿਉਂਕਿ ਭੋਲੇ ਭਾਲੇ ਲੋਕਾਂ ਦਾ ਭਾਂਡਾ ਖਾਲੀ ਹੈ, ਗਿਆਨਵਾਨਾਂ ਦਾ ਭਾਂਡਾ ਭਰਿਆ ਹੈ। ਭਰੇ ਭਾਂਡੇ 'ਚ ਕੋਈ ਚੀਜ਼ ਸਮਾਏਗੀ ਨਹੀਂ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਜੇ ਇਹ ਗਿਆਨ ਲੈਣਾ ਹੈ ਫਿਰ ਭਾਂਡੇ ਨੂੰ ਧੋ ਕੇ ਤੂਕ ਦੇ ਕੇ ਖਾਲੀ ਕਰਕੇ ਫਿਰ ਲੈ ਕੇ ਜਾਓ। ਭਾਂਡਾ ਧੋਵੋ ਵੈਸ ਤੂਕ ਦੇਵੋ ਤੋ ਜੋ ਦੇਖੋ ਜਾਵੋ। ਹੁਣ ਏਦਾਂ ਸਾਨੂੰ ਸਮਝਾਇਆ ਹੈ ਕਿ ਮਾਲਕ ਜਿਸ ਤੇ ਖੁਸ਼ ਹੁੰਦਾ ਉਸ ਨੂੰ ਜਨਾ ਦਿੰਦਾ ਹੈ, ਕਿ ਜਨਾਉਂਦਾ ਹੈ, ਪ੍ਰਗਟ ਹੋ ਜਾਂਦਾ ਹੈ ਸਾਹਮਣੇ। ਪ੍ਰਗਟ ਹੋ ਗਿਆ ਤੇ ਸਾਨੂੰ ਗਿਆਨ ਹੋ ਗਿਆ। ਜਦ ਤੱਕ ਸਾਨੂੰ ਪ੍ਰਗਟ ਨਹੀਂ, ਅਸੀਂ ਉਹਦੇ ਬਾਰੇ ਸੁਣਦੇ ਹਾਂ, ਜਾਂ ਮੈਨੂੰ ਕਿਸੇ ਬਾਰੇ ਕੋਈ ਦੱਸੇ, ਮੈਂ ਦੇਖਿਆ ਹੀ ਨਹੀਂ ਉਸ ਨੂੰ, ਮੇਰੇ ਅੰਦਰ ਭਰਮ ਹੀ ਰਹਿਣਗੇ। ਜਦੋਂ ਮੈਂ ਦੇਖ ਲਿਆ, ਭਰਮ ਨਹੀਂ ਰਹਿਣਾ। ਏਦਾਂ ਜਦੋਂ ਅਸੀਂ ਪਰਮੇਸ਼ਰ ਨੂੰ ਦੇਖ ਲਿਆ, ਸਾਡੇ ਭਰਮ ਉਦੋਂ ਹੀ ਖਤਮ ਹੋਣੇ ਆ। ਜਦ ਤੱਕ ਅਸੀਂ ਦੇਖਦੇ ਨਹੀਂ ਉਦੋਂ ਤੱਕ ਭਰਮ ਹੀ ਭਰਮ ਨੇ, ਤੇ ਭਰਮ ਕਰਕੇ ਹੀ ਅਸੀਂ ਮੁਕਤ ਨਹੀਂ ਹੁੰਦੇ। ਜਬ ਲਗ ਟੂਟੇ ਨਾ ਹੀ ਮਨ ਭਰਮਾ ਤਬ ਲਗ ਮੁਕਤ ਨਾ ਹੋਈ। ਹੁਣ ਉਸ ਨੂੰ ਜਾਣਨ ਦਾ ਜਿਹੜਾ ਗਿਆਨ ਹੈ ਉਸ ਨੂੰ ਗੁਰ ਕਹਿ ਦਿੱਤਾ ਹੈ। ਉਹ ਆਪਾਂ ਕਿਵੇਂ ਦੇਖਣਾ ਹੈ? ਜੇ ਆਪਾਂ ਇੱਥੇ ਬੈਠ ਕੇ ਹੁਣ ਪਰਮੇਸ਼ਰ ਦੇ ਨਾਲ ਜੁੜਾਂਗੇ। ਹਾਲੇ ਆਪਾਂ ਕਥਾ ਕਹਾਣੀ ਸੁਣੀ ਹੈ, ਇੱਥੇ ਤੱਕ ਨਾ ਕੋਈ ਤੁਹਾਨੂੰ ਫਾਇਦਾ ਤੇ ਨਾ ਕੋਈ ਮੈਨੂੰ ਫਾਇਦਾ। ਨਾ ਜਿਸ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਉਸ ਨੂੰ ਫਾਇਦਾ ਹੈ, ਕਿਉਂਕਿ ਇੱਕ ਗਿਆਨ ਹੈ। ਆਪਾਂ ਉਸ ਬਾਰੇ ਸਿਰਫ ਵਿਚਾਰ ਕੀਤੀ ਹੈ, ਉਸ ਨੂੰ ਧਿਆਇਆ ਨਹੀਂ, ਕਿਉਂਕਿ ਫਲ ਕਿੱਥੇ ਹੈ? ਧਿਆਨ ਦੇ ਵਿੱਚ। ਜਦ ਆਪਾਂ ਧਿਆਵਾਂਗੇ ਆਪਣਾ ਵੀ ਫਾਇਦਾ ਹੋਏਗਾ ਤੇ ਨਾਲ ਜਿਸ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਉਸ ਨੂੰ ਵੀ ਫਾਇਦਾ ਹੋਏਗਾ, ਕਿਉਂਕਿ ਉਹ ਹੀ ਇਸ ਚੀਜ਼ ਦਾ ਕਾਰਨ ਬਣੇ। ਸਮਝੇ ਨਾ ਇਸ ਚੀਜ਼ ਨੂੰ? ਹਾਂ, ਇਸ ਕਰਕੇ ਹਰੀ ਨੂੰ ਆਪਾਂ
ਜਾਪਣਾ ਹੈ। ਜਾਪ ਸਾਹਿਬ ਦੀ ਬਾਣੀ ਪੜ੍ਹੋਗੇ। ਜਾਪ ਸਾਹਿਬ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ। ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਜੇ ਆਪਣੇ ਜੀਵਨ 'ਚ ਅਸੀਂ ਕਮਾ ਲਿਆ, ਅਸੀਂ ਕਿੱਥੇ ਵਾਸਾ ਹੋ ਜਾਂਦਾ ਹੈ? ਸੱਚਖੰਡ ਦੇ ਵਿੱਚ। ਜਪਜੀ ਸਾਹਿਬ ਸਾਨੂੰ ਕਿੱਥੇ ਲੈ ਜਾਂਦੀ? ਸੱਚਖੰਡ ਦੇ ਵਿੱਚ। ਤੇ ਸੱਚਖੰਡ ਦੇ ਵਿੱਚ ਲਿਜਾ ਕੇ ਸਾਨੂੰ ਦੱਸ ਦਿੰਦੀ ਵੀ ਨਿਰੰਕਾਰ ਕਿੱਥੇ ਵਸਦਾ ਹੈ? ਸੱਚਖੰਡ ਵਿੱਚ। ਤੇ ਜਿੱਥੇ ਨਿਰੰਕਾਰ ਵਸਦਾ ਹੈ ਉੱਥੇ ਹੋਰ ਵੀ ਕੋਈ ਵਸਦਾ ਹੈ? ਫਿਰ ਉਹ ਦੱਸ ਦਿੰਦੇ ਵੀ ਹਾਂ, ਜਿੰਨੇ ਖੰਡ ਬ੍ਰਹਿਮੰਡ ਨੇ ਇਹ ਕਿੱਥੇ ਵਸਦੇ ਨੇ? ਸੱਚਖੰਡ ਦੇ ਵਿੱਚ। ਫਿਰ ਹੋਰ ਵੀ ਕੋਈ ਵਸਦਾ ਹੈ? ਤੇ ਦੱਸ ਦਿੰਦੇ ਵੀ ਜਿੰਨੇ ਵੀ ਇਹ ਆਕਾਰ ਨੇ ਸਾਰੇ ਕਿੱਥੇ ਵਸਦੇ ਨੇ? ਸੱਚਖੰਡ ਦੇ ਵਿੱਚ। ਤੇ ਹੁਣ ਸਾਨੂੰ ਪਰਮੇਸ਼ਰ ਦਾ ਪਤਾ ਆ ਜਾਂਦਾ ਕਿ ਪਰਮੇਸ਼ਰ ਸਰਵ ਵਿਆਪਕ ਹੈ, ਹਰ ਥਾਂ। ਅਸੀਂ ਉਸ ਵਿੱਚ ਵਸਦੇ ਤੇ ਉਹ ਸਾਡੇ 'ਚ ਵਸਦਾ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ। ਫਿਰ ਸਾਨੂੰ ਸਾਰੇ ਪ੍ਰਗਟ ਹੋ ਜਾਂਦਾ ਹੈ। ਪਰ ਹੈ ਕਿਆ? ਨਿਰੰਕਾਰ। ਫਿਰ ਅਸੀਂ ਉਸ ਨੂੰ ਦੇਖਦੇ ਹਾਂ, ਫਿਰ ਉਸ ਨੂੰ ਨਮਸਕਾਰ ਕਰਦੇ ਹਾਂ। ਉੱਥੇ ਜਾ ਕੇ ਜਾਪ ਸਾਹਿਬ ਸ਼ੁਰੂ ਹੁੰਦਾ ਹੈ। ਜੇ ਜਪਜੀ ਸਾਹਿਬ ਹੀ ਆਪਾਂ ਪੜ੍ਹ ਕੇ ਕਮਾਇਆ ਨਹੀਂ ਤੇ ਅਸੀਂ ਜਾਪ ਸਾਹਿਬ ਅੱਖਾਂ ਪੜ੍ਹ ਕੇ ਕਰਦੇ ਹਾਂ, ਸਾਡਾ ਵਿਅਰਥ ਹੈ। ਕਿਉਂਕਿ ਜਪਜੀ ਸਾਹਿਬ ਨੂੰ ਜੇ ਸਮਝ ਲਿਆ, ਫਿਰ ਅੱਗੇ ਅਜੱਪਾ ਜਾਪ ਹੈ। ਫਿਰ ਸਾਨੂੰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਿਹਨੂੰ ਮਿਲਣਾ ਮਿਲ ਗਿਆ। ਦੇਖਦੇ ਹਾਂ, ਬਸ ਮਨ ਨੂੰ ਹੀ ਨੀਵਾਂ ਰੱਖਣਾ ਹੈ। ਨਮਸਕਾਰ ਕਰਨੀ ਕੀ ਹੈ? ਮਨ ਨੂੰ ਨੀਵਾਂ। ਹੁਣ ਆਪਾਂ ਕਿਵੇਂ ਕਰਦੇ ਨਮਸਕਾਰ? ਸਰੀਰ ਨੂੰ ਨਿਭਾਉਂਦੇ ਹਾਂ। ਮਨ ਹੋਰ ਹੰਕਾਰੀ ਹੁੰਦਾ ਹੈ ਵੀ ਮੈਂ ਗੁਰਦੁਆਰੇ ਮੱਥਾ ਟੇਕਦਾ, ਮੈਂ ਇਹ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ, ਹੋਰ ਹੰਕਾਰ ਬਣ। ਪਰ ਜੇ ਮਨ ਨਿਵੇਗਾ, ਕਿਉਂਕਿ ਨਿਵਣਾ ਮਨ ਨੇ ਹੈ। ਮਤਲਬ ਕਹਿੰਦੇ ਸੀਸ ਨਿਵਾਏ ਕਿਆ ਥੀ ਹੈ, ਜਾ ਹਿਰਦੈ ਕੋ ਸੋਧਾ ਜਾਏ। ਜਦੋਂ ਮਨ ਨਿਵੇਗਾ ਫਿਰ ਮਾਲਕ ਨੂੰ ਪਾਉਂਦਾ ਹੈ। ਮਨ ਦਾ ਨੀਵਾ। ਫਿਰ ਮਾਲਕ ਸਾਡੀ ਮਤ ਉੱਤਮ ਕਰੇਗਾ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਫਿਰ ਆਖਾ ਆਪ ਹੋਏਗਾ, ਮਤ ਪਤ ਕਰ ਆਖਾ ਆਪ। ਸੋ ਆਓ ਹੁਣ ਆਪਾਂ ਇਹ ਸਮਝਣਾ ਹੈ ਕਿ ਮਨ ਹੈ ਕਿੱਥੇ? ਮਨ ਹੈ ਕਿੱਥੇ? ਹਾਲਾਂਕਿ ਸਾਨੂੰ ਪਤਾ ਹੈ ਵੀ ਮਨ ਕਿੱਥੋਂ ਜਾਂਦਾ ਹੈ, ਕਿੱਥੇ ਰਹਿੰਦਾ ਹੈ। ਹੁਣ ਆਪਾਂ ਧਿਆਨ ਜਿਹੜਾ ਹੈ ਕਿੱਥੋਂ ਚੱਲਦਾ ਹੈ? ਦ੍ਰਿਸ਼ਟੀ। ਆਪਾਂ ਕਿਵੇਂ ਆਉਂਦੇ? ਸਵੇਰੇ ਮਨ ਸਾਡਾ ਪੌਣ 'ਚ ਮਿਲਦਾ ਹੈ। ਪੌਣ ਗੁਰੂ ਹੈ ਇੱਧਰ ਦਾ। ਪੌਣ 'ਚ ਮਿਲ ਕੇ ਨੇਤਰਾਂ 'ਚ ਬਹਿ ਜਾਂਦਾ ਤੇ ਦੌੜਨਾ ਸ਼ੁਰੂ ਕਰ ਦਿੰਦਾ ਧਿਆਨ ਉਧਰ ਨੂੰ। ਤੇ ਜਿੱਥੇ ਜਾਂਦਾ ਉਹੀ ਵਿਚਾਰ, ਉਹੀ ਸੋਚਦਾ ਹੈ। ਜਿੱਥੇ ਧਿਆਨ ਜਾਏਗਾ ਉਹੀ ਸੋਚੇਗਾ। ਹੁਣ ਮਹਾਰਾਜ ਸਮਝਾਉਂਦੇ ਨੇ ਵੀ ਤੁਸੀਂ ਕਿੱਥੇ ਚਲੇ ਗਏ? ਪ੍ਰਦੇਸ਼ ਦੇ ਵਿੱਚ ਆ ਗਏ। ਆਪਣੇ ਦੇਸ਼ ਤੋਂ ਕਿੱਥੇ ਆ ਗਏ? ਪ੍ਰਦੇਸ਼ ਦੇ ਵਿੱਚ। ਪ੍ਰਦੇਸ਼ ਕੀ ਹੈ? ਮਿਰਤ ਮੰਡਲ। ਸਾਡਾ ਦੇਸ਼ ਕੀ ਹੈ? ਸੁਨ ਮੰਡਲ। ਆਪਾਂ ਸੁਨ ਮੰਡਲ ਦੇ ਵਿੱਚੋਂ ਮਿਰਤ ਮੰਡਲ ਚ ਆ ਗਏ ਤੇ ਮਿਰਤ ਮੰਡਲ ਨੂੰ ਦੇਖ ਰਹੇ ਹਾਂ ਤੇ ਸੁਨ ਮੰਡਲ ਨੂੰ ਭੁੱਲ ਗਏ। ਹੁਣ ਸੁਨ ਮੰਡਲ ਦੇ ਵਿੱਚ ਫਿਰ ਆਪਾਂ ਜਾਣਾ ਹੈ। ਸੁਨ ਮੰਡਲ ਨੂੰ ਜਾਣ ਦਾ ਰਸਤਾ ਭੁੱਲ ਗਏ। ਆਇਆ ਮਨ, ਨੇਤਰਾਂ 'ਚ ਬੈਠੇ ਹਾਂ। ਕਿੱਥੇ ਨੂੰ ਆਇਆ? ਭੁੱਲ ਗਿਆ। ਕਿੱਥੇ ਨੂੰ ਆਇਆ? ਕਿ ਪੌਣ 'ਚ ਮਿਲਿਆ, ਸਵਾਸਾਂ 'ਚ ਮਿਲਿਆ। ਸਵਾਸਾਂ 'ਚ ਮਿਲਿਆ ਆ ਕੇ ਮਨ, ਸਰੀਰ ਦਾ ਗਿਆਨ ਹੋਇਆ, ਨੇਤਰਾਂ 'ਚ ਬੈਠਿਆ ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਪਾਉਣ ਵਾਲਾ ਮਾਰਗ ਭੁੱਲ ਗਿਆ ਤੇ ਬਾਹਰ ਚੱਲਿਆ ਫਿਰਦਾ ਹੈ। ਸੌ ਨਹੀਂ ਸਕਦਾ ਕਿਉਂਕਿ ਧਿਆਨ ਬਾਹਰ ਫਿਰਦਾ ਹੈ। ਫਿਰ ਹੌਲੀ ਹੌਲੀ ਮਾਲਕ ਦਇਆ ਕਰਦਾ ਹੈ ਕਿ ਸਾਡੇ ਵਿਚਾਰ ਰੋਕ ਦਿੰਦਾ ਹੈ। ਜਦੋਂ ਸਾਡੇ ਵਿਚਾਰ, ਕਿਉਂਕਿ ਵਿਚਾਰ ਬੰਧਨ ਨੇ ਮਨ ਨੂੰ, ਜਦੋਂ ਵਿਚਾਰ ਰੁਕ ਗਏ ਤੇ ਮਨ ਆਪਣੇ ਦਰ ਤੇ ਆ ਕੇ ਛੁੱਟ ਗਿਆ। ਇਹ ਰੋਜ਼ ਦਾ ਕੰਮ ਹੈ। ਆਵਣ ਜਾਵਣ ਇੱਕ ਖੇਲ ਬਣਾ ਰਿਹਾ। ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਚੱਕ। ਹੁਣ ਉਹ ਮਾਰਗ ਆਪਾਂ ਭੁੱਲ ਗਏ। ਹੁਣ ਆਪਾਂ ਦੇਖਾਂਗੇ ਕਿ ਜੇ ਤੁਸੀਂ ਛੁੱਟਣਾ ਚਾਹੋ, ਕਿਵੇਂ ਆਪਾਂ ਛੁੱਟਦੇ ਹਾਂ। ਜੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਸਾਰੀ ਰਾਤ ਗੱਲਾਂ ਬਾਤਾਂ ਕਰੀ ਜਾਓ, ਨੀਂਦ ਨਹੀਂ ਆਏਗੀ। ਜੇ ਤੁਸੀਂ ਸੋਚਣ ਲੱਗ ਗਏ, ਸਾਰੀ ਰਾਤ ਸੋਚੀ ਜਾਓ, ਨੀਂਦ ਨਹੀਂ ਆਏਗੀ। ਅਗਰ ਤੁਸੀਂ ਇੱਕ ਬੁੱਕ ਲੈ ਲਓ, ਚਾਹੇ ਗੁਰਬਾਣੀ ਦਾ ਗੁਟਕਾ ਲੈ ਲਓ,
ਤੁਸੀਂ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਪਰ ਬੋਲਣਾ ਨਹੀਂ। ਤੁਸੀਂ ਦੇਖੋਗੇ ਬਸ ਤੁਹਾਨੂੰ ਜਿਹਦੇ ਝੂਟੇ ਹੋਣੇ ਸ਼ੁਰੂ ਹੋ ਜਾਣਗੇ, ਨੀਂਦ ਆਉਣੀ ਸ਼ੁਰੂ ਹੋ ਜੂਗੀ। ਪਰ ਅਸੀਂ ਸੌਂਦੇ ਨਹੀਂ, ਅਸੀਂ ਕਹਿੰਦੇ ਅਸੀਂ ਗੁਰਬਾਣੀ ਪੜ੍ਹੋ। ਸੌਣਾ ਬਹੁਤ ਵਧੀਆ ਦੱਸਿਆ ਗੁਰਬਾਣੀ ਦੇ ਵਿੱਚ, ਛੁੱਟਣਾ, ਸੰਸਾਰ ਨੂੰ ਛੱਡਣਾ, ਮਰਨਾ। ਕਿਉਂਕਿ ਅਸੀਂ ਉਸ ਰਸਤੇ ਤੇ ਆ ਜਾਂਦੇ ਜਿਸ ਰਸਤੇ ਨੂੰ ਅਸੀਂ ਆਉਂਦੇ ਜਾਂਦੇ ਹਾਂ, ਤੇ ਉੱਥੇ ਜਾ ਕੇ ਜਿਉਂ ਸਾਡੇ ਨੇਤਰ ਇੱਕ ਹੁੰਦੇ, ਕਿਉਂਕਿ ਛੋਟੇ ਅੱਖਰ ਹੁੰਦੇ ਨੇ, ਉੱਥੇ ਜਾ ਕੇ ਨੇਤਰ ਇੱਕ ਹੋ ਜਾਂਦੇ ਦੋ ਤੋਂ, ਉੱਥੇ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ, ਅਸੀਂ ਇਸ ਮਾਇਆ ਨੂੰ ਛੱਡਣਾ ਸ਼ੁਰੂ ਕਰ ਦਿੰਦੇ। ਏਦਾਂ ਸਾਨੂੰ ਇੱਕ ਤਰੀਕਾ ਦੱਸਿਆ ਕਿ ਆਪਾਂ ਇੱਥੇ ਆ ਕੇ ਉਹ ਰਸਤਾ ਜਿਹਨੂੰ ਆਉਣਾ ਜਾਣਾ ਹੈ ਉਹ ਬਹੁਤ ਤੰਗ ਹੈ, ਉਸ ਰਸਤੇ 'ਚ ਆਪਾਂ ਏਦਾਂ ਹੀ ਨਹੀਂ ਨਿਕਲ ਸਕਦੇ। ਹੁਣ ਸਾਡੇ ਦੋ ਨੇਤਰ, ਦੋ ਜੋਤਾਂ, ਆਪਾਂ ਏਦਾਂ ਚੱਲਦੇ ਜਿਵੇਂ ਅੰਗਰੇਜ਼ੀ ਦਾ ਯੂ ਅੱਖਰ ਹੈ ਉਵੇਂ ਆਪਾਂ ਚੱਲਦੇ ਹਾਂ। ਅੱਗੇ ਰਸਤਾ ਤੰਗ ਹੈ, ਨਹੀਂ ਚੱਲ ਸਕਦੇ। ਜੇ ਉਸਦੇ ਅਗਲੇ ਅੱਖਰ ਨੂੰ ਸਮਝ ਲਈਏ, ਜਿਹੜਾ ਵੀ ਅੱਖਰ ਹੈ, ਜਿਸ ਨੂੰ ਗੁਰਬਾਣੀ 'ਚ ਦੱਸਿਆ ਹੈ ਤੀਰ, ਜੇ ਅਸੀਂ ਆਪਣੇ ਨੇਤਰਾਂ ਨੂੰ ਤੀਰ ਬਣਾ ਲਈਏ ਤੇ ਅਸੀਂ ਉਸ ਰਸਤੇ 'ਚ ਨਹੀਂ ਜਾ ਸਕਦੇ। ਆਪਾਂ ਕਿਸੇ ਤੰਗ ਰਸਤੇ 'ਚ ਲੰਘਣਾ, ਆਪਾਂ ਦਰਵਾਜ਼ੇ 'ਚ ਆਉਂਦੇ ਹਾਂ, ਘਰ ਨੂੰ ਛੋਟਾ ਦਰਵਾਜ਼ਾ ਹੋਏਗਾ, ਉਨਾ ਹੀ ਆਪਾਂ ਸੁੰਗੜ ਕੇ ਲੰਘ ਜਾਵਾਂਗੇ। ਏਦਾਂ ਹੀ ਜਿਹੜਾ ਸਾਡੇ ਮਨ ਦੀ ਹਾਲਤ ਹੈ, ਮਹਾਰਾਜ ਕਹਿੰਦੇ ਹਾਥੀ ਬਣ ਚੁੱਕਿਆ ਹੈ ਤੇ ਦਰਵਾਜ਼ਾ ਰਾਈ ਦੇ ਦਸਵੇਂ ਹੋ ਕਿਵੇਂ ਨਿਕਲ ਸਕਦਾ। ਉਸ ਦੇ ਵਾਸਤੇ ਸਾਨੂੰ ਸੱਚਾ ਗੁਰ ਮਿਲਣਾ ਚਾਹੀਦਾ ਹੈ। ਜੇ ਸੱਚਾ ਗੁਰ ਮਿਲ ਜਾਵੇ ਤੇ ਉਹ ਕੀ ਕਰੇਗਾ, ਸਾਡਾ ਰਸਤਾ ਖੋਲ ਦੇਗਾ ਤੇ ਸਾਡਾ, ਅਸੀਂ ਹਾਥੀ ਵੀ ਚਲੇ ਜਾਏਗਾ ਤੇ ਮਾਲਕ ਹਾਥੀ ਦਾ ਸਿਰ ਕੱਟ ਦੇਗਾ। ਆਪਾਂ ਦੇਖਦੇ ਹਾਂ ਕਿ ਜਿਹੜਾ ਹਿੰਦੂ ਧਰਮ ਦੇ ਵਿੱਚ ਹੈ ਗਣੇਸ਼ ਜੀ, ਵੀ ਉਹਦਾ ਸਿਰ ਕੱਟ ਦੇਗਾ ਤੇ ਉਹ ਸਿਰ ਹੀ ਕੱਟ ਦੇਗਾ। ਸਿਰ ਕਿਹੜਾ ਲੱਗਿਆ ਸਾਨੂੰ, ਦੋ ਸਿਰ ਲੱਗੇ ਨੇ, ਪਾਪ ਤੇ ਪੁੰਨ। ਇਹ ਸਿਰ ਕੱਟ ਦਿੰਦਾ ਹੈ। ਪੁੰਨ ਰਾਸ਼ਸ ਕਾ ਕਾਟਾ, ਸੀਸਾ ਸ੍ਰੀ ਅਸਕੇਤ, ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗगन ਤੇ ਪਈ, ਸਭੇ ਆਨ ਬਤਾਈ ਦੇ। ਤਨ ਤਨ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ, ਅਖਲ ਪਵਨ ਕੇ ਸਿਰਜਨਹਾਰੇ, ਦਾਸ ਜਾਨ ਮੋਹਿ ਲਿਹੋ ਉਬਾਰੇ। ਏਦਾਂ ਉਬਾਰ ਲੈਂਦਾ ਹੈ ਗੁਰ ਦੇ ਗਿਆਨ ਦੁਆਰਾ। ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਜੇ ਸੱਚਾ ਗੁਰ ਮਿਲ ਗਿਆ, ਉਹ ਦਰ ਖੋਲ ਦੇਗਾ, ਅਸੀਂ ਜਾਵਾਂਗੇ ਅੰਦਰ ਤੇ ਮਾਲਕ ਸਾਨੂੰ ਪ੍ਰਕਾਸ਼ ਰੂਪ ਕਰ ਦੇਗਾ, ਸਾਡਾ ਮਨ ਦੋ ਤੋਂ ਇੱਕ ਕਰ ਦੇਗਾ। ਹੁਣ ਦੋ ਜੋਤਾਂ ਨੇ, ਦੋਨਾਂ ਨੇਤਰਾਂ 'ਚ ਜੋਤ ਹੈ। ਇਸ ਨੇਤਰ ਨੂੰ ਸੂਰਜ ਕਿਹਾ ਹੈ, ਇਸ ਨੇਤਰ ਨੂੰ ਚੰਦਰਮਾ ਕਿਹਾ ਹੈ। ਹੁਣ ਚੰਦਰਮਾ, ਸੂਰਜ ਨੇ ਚੰਦਰਮਾ ਵਾਲੇ ਪਾਸੇ ਸਮਾਉਣਾ ਹੈ। ਜੇ ਅਸੀਂ ਇਸ ਨੂੰ ਸਮਝ ਲਵਾਂਗੇ, ਪਹਿਲਾਂ ਸਾਨੂੰ ਇਹ ਗਿਆਨ ਲੈਣਾ ਪਵੇਗਾ ਵੀ ਸਾਡਾ ਧਿਆਨ ਕਿਸ ਪਾਸੇ ਦੀ ਚੱਲਦਾ ਹੈ। ਸਾਡੇ ਮੁਖ ਤੇ ਸੂਰਜ ਤਪਦਾ ਹੈ ਕਿ ਚੰਦਰਮਾ ਦੀ ਠੰਡ ਹੈ, ਜਾਂ ਸਾਨੂੰ ਕਾਲ ਜੋ ਰਿਹਾ ਹੈ। ਜਦ ਸਾਨੂੰ ਇਹ ਪਤਾ ਚੱਲ ਜਾਏਗਾ, ਭੇਤ ਆ ਜਾਏਗਾ, ਫਿਰ ਅਸੀਂ ਇਸ ਨੂੰ ਕਿਵੇਂ, ਚੰਦਰਮਾ ਤੇ ਸੂਰਜ ਨੂੰ ਸਾਹਮਣੇ ਕਰਕੇ ਕਿਵੇਂ ਆਪਾਂ ਬਸੰਤ ਰੁੱਤ ਵਿੱਚ ਜਾਣਾ ਹੈ, ਠੰਡ ਤੋਂ ਵੀ ਤੇ ਗਰਮੀ ਤੋਂ ਰਹਿਤ ਹੋ ਕੇ, ਫਿਰ ਸਾਨੂੰ ਉਹ ਪਤਾ ਲੱਗੇਗਾ ਵੀ ਕਿਵੇਂ ਆਪਾਂ, ਜਿਵੇਂ ਚੰਦਰਮਾ ਦੀ ਰਾਤ ਨੂੰ ਠੰਡਕ ਹੁੰਦੀ ਹੈ ਕਿਉਂਕਿ ਚੰਦਰਮਾ ਠੰਡਾ ਹੈ, ਸੂਰਜ ਗਰਮ ਹੈ। ਏਦਾਂ ਸਾਨੂੰ ਸਮਝਾਇਆ ਹੈ ਕਿ ਆਪਾਂ ਇਹ ਗਿਆਨ ਲੈ ਕੇ ਫਿਰ ਸੂਰਜ ਨੂੰ ਚੰਦਰਮਾ ਸਮਝ ਲਵਾਂਗੇ ਤੇ ਸਾਡੀ ਚੰਦਰਮਾ ਦੀ ਜੋਤ ਅਪਾਰ ਹੋ ਜਾਏਗੀ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਕਵਣ ਮੁਖ ਚੰਦ ਹਿਵੈ ਕਰ ਛਾਇਆ, ਕਵਣ ਮੁਖ ਸੂਰਜ ਤਪੈ ਤਪਾਇਆ, ਕਵਣ ਮੁਖ ਜੋਤ ਕਾਲ ਜੋਤ ਨਿਤ ਰਹੈ, ਕਵਣ ਬੁੱਧ ਗੁਰਮੁਖ ਪਤ ਰਹੇ। ਕਵਣ ਜੋਤ ਜੋ ਕਾਲ ਸੰਘਾਰੈ, ਬੋਲੇ ਬਾਣੀ ਨਾਨਕ ਵਿਚਾਰੇ। ਵੀ ਉਹ ਫਿਰ ਵਿਚਾਰ ਹੈ ਜਿਹੜੀ, ਉਹ ਇੱਕ ਸ਼ਬਦ ਹੈ, ਇੱਕੋ ਸ਼ਬਦ ਹੈ, ਇਹਨੂੰ ਕਹਿੰਦੇ ਸ਼ਬਦ ਪਾਖਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰ, ਦੁਖ ਸੁਖ ਸਮ ਕਰ ਨਾਮ ਆਧਾਰਾ, ਨਾਨਕ ਆਪ ਪਾਰ
ਉਤਾਰਨਹਾਰਾ। ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨ ਖਾਏ। ਇੱਦਾਂ ਸਾਨੂੰ ਸਮਝਾਇਆ ਹੈ ਕਿ ਧਿਆਨ ਕਿਹੜਾ ਹੈ, ਸਾਡੇ ਦੋ ਨੇਤਰ ਨੇ, ਚੰਦ ਸੂਰਜ, ਇਹ ਦੋਨੋਂ ਜੋਤ ਸਰੂਪ ਨੇ। ਇਹਨਾਂ ਦੇ ਅੰਦਰ ਹੀ ਬ੍ਰਹਮ ਦੀ ਜੋਤੀ ਹੈ। ਮੇਰਾ ਕਹਿੰਦੇ ਚੰਦ ਸੂਰਜ ਦੋ ਜੋਤ ਸਰੂਪ, ਜੋਤੀ ਅੰਦਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਤਰਿਆ ਪ੍ਰਸਾਦ। ਹੁਣ ਇਹ ਦੋਨਾਂ ਨੂੰ ਆਪਾਂ ਇੱਕ ਕਰਨਾ ਹੈ। ਉਸ ਦੇ ਵਿੱਚ ਸਾਨੂੰ ਇੱਕ ਹੀ ਅੱਖਰ ਦੇ ਵਿੱਚ ਸਾਰਾ ਗਿਆਨ ਦਿੱਤਾ ਹੈ। ਉਹ ਅੱਖਰ ਕਿਹੜਾ ਹੈ? ਈੜੀ ਅੱਖਰ ਹੈ। ਈੜੀ ਅੱਖਰ ਨੂੰ ਜੇ ਅਸੀਂ ਭੁੱਲ ਲਿਆ, ਕਿਉਂਕਿ ਅਸੀਂ ਅੱਖਰ ਪੜ੍ਹਦੇ ਹਾਂ, ਅੱਖਰਾਂ ਨੂੰ ਦੇਖਦੇ ਨਹੀਂ, ਅੱਖਰਾਂ ਨੂੰ ਪਹਿਚਾਣਦੇ ਨਹੀਂ। ਤੇ ਸਤਿਗੁਰੂ ਜੀ ਬਾਬਾ ਕਬੀਰ ਸਮਝਾਉਂਦੇ ਨੇ ਕਿ ਅੱਖਰ ਤਾਂ ਅਸੀਂ ਬਹੁਤ ਜੋੜ ਲਏ ਆ ਕੇ, ਪਰ ਪਛਾਣਿਆ ਇੱਕ ਵੀ ਨਹੀਂ ਹੈ। 52 ਅੱਖਰ ਜੋੜੇ ਆਨ, ਸਕਿਓ ਨਾ ਅੱਖਰ ਇੱਕ ਪਛਾਣ। ਹੁਣ ਅੱਖਰ ਈੜੀ ਜਿਹੜਾ ਅੱਖਰ ਹੈ, ਈੜੀ ਅੱਖਰ ਜਿਹਨੂੰ ਆਪਾਂ ਈੜੀ ਕਹਿੰਦੇ, ਲੇਕਿਨ ਗੁਰੂ ਸਾਹਿਬ ਨੇ ਈੜੀ ਨਹੀਂ ਕਿਹਾ, ਈ ਬੜੀ। ਜੇ ਉਸ ਨੂੰ ਆਪਾਂ ਆਪਣੇ ਤਰੀਕੇ ਨਾਲ ਸਮਝ ਕੇ ਕਿ ਕਿੱਡਾ ਕੁ ਸੰਦੇਸ਼ਾ ਹੈ ਗੁਰੂ ਸਾਹਿਬ ਦਾ, ਜਿਵੇਂ ਆਪਾਂ ਕਹਿ ਦਿੰਦੇ ਵੀ ਗੁਫਾ 'ਚ ਵੜਨਾ, ਤੇ ਉਹਨੇ ਦੱਸ ਦਿੱਤਾ ਵੀ ਐਵੇਂ ਗੁਫਾ 'ਚ ਵੜ ਗਈ। ਈ ਬੜੀ ਕਿਵੇਂ ਵੜਨਾ ਹੈ? ਦੋ ਨੇਤਰ ਨੇ, ਦੋਨਾਂ ਨੂੰ ਇੱਕ ਕਰ ਲੈਣਾ ਹੈ। ਇੱਥੋਂ ਗੁਫਾ 'ਚ ਪ੍ਰਵੇਸ਼ ਹੋ ਜਾਗੇ। ਉਹ ਰਸਤਾ ਜਿੱਧਰ ਨੂੰ ਆਪਣਾ ਆਉਣਾ ਜਾਣਾ ਹੈ। ਕਿਉਂਕਿ ਭੁੱਲ ਗਏ, ਮੇਰੇ ਕਹਿੰਦੇ ਹੁਕਮ ਹੀ ਆਵੇ ਹੁਕਮ ਨਾ ਬੁਝੈ, ਹੁਕਮ ਸਵਾਰਨ ਹਾਰਾ। ਹੁਕਮ ਕੀ ਹੈ ਕਿ ਆਹ ਰਸਤਾ ਛੱਡ ਦੋ ਹੰਕਾਰ ਦਾ, ਇਸ ਰਸਤੇ ਨੂੰ ਆਪਣੇ ਕਰ ਲਓ। ਇਹ ਰਸਤਾ ਹੈ। ਇਸ ਨੂੰ ਗੋਬਿੰਦ ਮਾਰਗ ਕਹਿੰਦੇ, ਇਸ ਨੂੰ ਜਮ ਮਾਰਗ ਕਹਿ ਦਿੱਤਾ ਹੈ। ਇੱਕ ਧਾਤ ਦਾ ਰਸਤਾ, ਇੱਕ ਲਿਵ ਦਾ ਰਸਤਾ ਹੈ। ਇਹ ਰਸਤੇ ਤੇ ਚੱਲਾਂਗੇ ਤੇ ਅਸੀਂ ਆਪਣੇ ਘਰ ਚਲੇ ਜਾਵਾਂਗੇ। ਉਸ ਦੇ ਵਾਸਤੇ, ਕਿਉਂਕਿ ਆਪਣਾ ਮਨ ਜਿਹੜਾ ਹੰਕਾਰੀ ਹੈ, ਆਪਾਂ ਪ੍ਰਵੇਸ਼ ਨਹੀਂ ਕਰ ਸਕਦੇ ਆਪਣੇ ਘਰ 'ਚ। ਇਸ ਕਰਕੇ ਸਾਨੂੰ ਗੁਰ ਲੈਣਾ ਪੈਂਦਾ ਹੈ। ਗੁਰ ਸਾਨੂੰ ਪ੍ਰਵੇਸ਼ ਕਰ ਦਿੰਦਾ ਹੈ। ਤੇ ਪਰਮੇਸ਼ਰ ਸਾਨੂੰ ਜਦੋਂ ਛੂ ਜਾਂਦਾ ਹੈ ਧਿਆਨ, ਤੇ ਉਹ ਸਾਨੂੰ ਦੋ ਤੋਂ ਇੱਕ ਕਰ ਦਿੰਦਾ ਹੈ। ਉਹ ਸਾਡੇ ਨੇਤਰ ਨੂੰ ਇਹ ਨੇਤਰ ਸੁਣਾ ਦਿੰਦਾ ਹੈ, ਸਹਿਜ ਪ੍ਰਗਟ ਹੋ ਜਾਂਦਾ ਹੈ। ਤੇ ਫਿਰ ਹਾਹੇ ਦੀ ਤਰ੍ਹਾਂ ਦੋ ਤੋਂ ਅਸੀਂ ਇੱਕ ਹੋ ਜਾਂਦੇ ਹਾਂ, ਇੱਕ ਜੋਤ ਹੋ ਜਾਂਦੇ ਹਾਂ। ਫਿਰ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ, ਹਾਂ ਸਾਨੂੰ ਇੱਕ ਹੋ ਕੇ ਆਪਣੇ ਆਪ ਨੂੰ ਦੇਖਣ ਦਾ ਇਸ਼ਾਰਾ ਕਰਦਾ ਹੈ, ਆਪੇ ਨੂੰ ਪਹਿਚਾਨਦਾ ਹੈ। ਜਦੋਂ ਅਸੀਂ ਆਪੇ ਦੀ ਪਹਿਚਾਨ ਕਰ ਲਈ, ਕੀ ਨਜ਼ਰ ਆਏਗਾ? ਕਿਉਂਕਿ ਮਾਲਕ ਨੇ ਸਾਨੂੰ ਇੱਕ ਦ੍ਰਿਸ਼ਟ ਕਰਤਾ, ਸਾਨੂੰ ਮੁਖ ਉਜਲ ਕਰ ਦੇਣਾ ਹੈ, ਸਾਨੂੰ ਆਪਣਾ ਪ੍ਰਕਾਸ਼ ਰੂਪ ਦਿਸਣਾ ਸ਼ੁਰੂ ਹੋ ਜਾਣਾ ਹੈ। ਤੇ ਆਪੇ ਦੀ ਪਹਿਚਾਨ ਕਰਕੇ ਫਿਰ ਸਾਡਾ ਕਰਨੀ ਕਿਹੜੀ ਬਣ ਜਾਂਦੀ? ਕੱਕਾ ਅੱਖਰ ਹੈ। ਕੱਕਾ ਅੱਖਰ ਕੀ ਹੈ ਕਿ ਮਨ ਨੇ ਨੀਵਾਂ ਲੈਣਾ ਹੈ, ਧਿਆਨ ਨੇ। ਇੱਥੋਂ ਆਪ ਮਾਲਕ ਸਾਨੂੰ ਫਿਰ ਉੱਪਰ ਲੈ ਕੇ ਜਾਂਦਾ ਤੇ ਉੱਚਾ ਚੱਕਦਾ। ਤੇ ਕੀ ਕਰਦਾ? ਖਜ਼ਾਨਾ ਦਿੰਦਾ। ਕੱਖਾ ਅੱਖਰ ਕਿਹੜਾ ਹੈ? ਜਿੱਥੇ ਗੁਨਾਹ ਦਾ ਖਜ਼ਾਨਾ ਕਹਿੰਦੇ, ਖਾਤ ਖਰਚਤ ਰਹੋ, ਖਾਤ ਪੀਤ ਬਿਲਸ਼ਤ ਰਹੋ, ਟੂਟ ਨਾ ਜਾਏ ਭੰਡਾਰ। ਹਰ ਹਰ ਜਗਤ ਅਨੇਕ ਜਾਨ, ਨਾਨਕ ਨਾਹੇ ਉਹ ਖਰਚੀ ਜਾਓ, ਜਿੰਨੇ ਮਰਜੀ ਜੀਵਨ ਟੁੱਟ ਨਹੀਂ ਆਈ। ਫਿਰ ਉਹ ਗੁਣ ਗਾਉਂਦਾ ਹੈ ਮਾਲਕ ਦੇ। ਪਰ ਕਿਹਨਾਂ ਨੂੰ? ਜਿਹੜੇ ਆਪਣੇ ਆਪ ਨੂੰ ਨੀਵਾਂ ਰੱਖਦੇ ਨੇ। ਨੀਵਾਂ ਕੀ ਹੈ? ਮਨ ਦਾ ਨਿਭਣਾ ਕੀ ਹੈ? ਇੱਧਰ ਮਨ ਕਿਵੇਂ ਚੱਲਦਾ? ਸਿੱਧਾ ਬਾਹਰ ਜਾਂਦਾ। ਇਸ ਮਾਰਗ ਨੂੰ ਅੰਦਰ ਜਾਣਾ, ਕਿਉਂਕਿ ਇੱਥੋਂ ਸਵਾਸ ਦੇ ਰਿਹਾ। ਅਸੀਂ ਹੈ ਪ੍ਰਾਣੀ ਸੀ, ਪ੍ਰਾਣਾ 'ਚ ਮਿਲ ਕੇ ਆਏ ਸੀ। ਅਸੀਂ ਪ੍ਰਾਣਾ ਨੂੰ ਭੁੱਲ ਗਏ। ਤੇ ਪਰਮੇਸ਼ਰ ਕਿੱਥੇ? ਪ੍ਰਾਣਪਤ ਦਾਤਾ ਹੈ, ਸਾਨੂੰ ਸਵਾਸ ਦੇ ਰਿਹਾ ਹੈ। ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਕਹਿੰਦੇ ਸਾਰਿਆਂ ਨੂੰ ਸਵਾਸ ਦੇ ਕੇ ਸਾਥ ਸਮਾ ਰਿਹਾ ਹੈ। ਹੁਣ ਇਸ ਦਰ ਤੇ ਆਪਾਂ ਨਹੀਂ ਆਉਂਦੇ। ਬਿਰਥਾ ਕੋਏ ਨਾ ਜਾਏ, ਜੇ ਆਵੇ ਤੋ ਪਾਏ। ਜੇ ਇਸ ਦਰ ਨੂੰ ਆਵਾਂਗੇ, ਬਿਰਥਾ ਨਹੀਂ ਜਾਂਦਾ ਕੋਈ। ਪਰ ਜਾਣਾ ਕਿਵੇਂ ਹੈ? ਪੈਰਸ ਪੜ੍ਹਦੇ ਹਾਂ ਕਿ ਜਾਣਾ ਕਿਵੇਂ ਹੈ, ਕਿ ਕੋਈ ਵਿਰਲੇ ਵਿਰਲੇ ਨੇ ਜਿਹੜੇ ਸਾਨੂੰ ਮੁੱਖ ਨਾਲ ਗਿਆਨ ਦੇਣਗੇ ਕਿਵੇਂ ਅੰਤਰ ਆਰਾਧਨਾ ਹੈ। ਅੰਤਰ ਗੁਰ ਆਰਾਧਨਾ, ਜੇ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ
सुनना गुर नाउ सतगुर सेती रतियां दरगाह पाई अठो। कहो नानक कृपा करे जिसनों ये बात दे जग में उत्तम कर दिया बिल्ले की के। ये ज्ञान लैके फिर जदों मालिक खुश हुंदा, ये कराउंदा कदों है जदों खुश हुंदा है। तो आप अगे पढ़ते हैं कहते रखे रखन हार आप उबारिए ना गुर की पैरी पाए काज सुवारियन हुआ आप दयाल मनो न विसारियन साध लेना के संग पाव जल तारियन साकत निंदक दुष्ट खिन माहे पैदा। फिर सानू उस मालिक दी टेक हुंदी है, तिस साहब की टेक नानक मन माहे जी सिमर सुख होए सले दुख। सो इन्ना नेड़े ये दर आप पढ़ते हाँ रोज। सो दर कहा सो कर कहा जित बै सर्व संभाले। जे बाणी पढ़ांगे संभालदा कि मैं कहना श्वास देके, श्वास कित्थों आउंदा, इत्थों आ रहा। कौन दे रहा? परमेश्वर दे रहा है, वो प्राणपत दाता है। पर असीं ये मार्ग ही भुल गए। साडा मार्ग की हो गया हंकारी। मैं कहते मनमुख हंकारी महल न जाने खिन आगे खिन पीछे सदा बुलाइए महल ना आवे क्यों कर दरगाह। सो ये मार्ग है, इस रस्ते नूं आपां जावांगे प्रभु दे शरण च जावांगे जिथे जाके उदार गणका दा भी हो गया अजामल दा हो गया ते साडा जी। ये सारा कुछ अखीं देखण दा है। ये नहीं भी किते अखां किते होर दियां गल्लां नहीं हन। ये अपने अंदर दा पर इस शरीर दे अंदर दा नहीं, क्योंकि शरीर साडा एक यूनी है। जे तुसीं कहोगे भी ये 9 दरां दे विच परमेश्वर है, नहीं है, एक जूनी है। परमेश्वर ने तो अपनी जोत भी साडियां अखां च रखी है जिथे खुली है। पौण दी पौण दा संबंध इत्थे है। पौण दा संबंध साडे सुरां नाल है, मुख नाल है, कंनां नाल है। अखां दे नाल पौण दा कोई संबंध नहीं। अखां दे विच जोत है। इस करके इधर थल्ले 3 गुणां दा खेल है। जिहड़ा ऊड़ा अखर है, ऊड़े अखर साडे मुख दा नक्शा है। जे ऊड़े अखर नूं देखोगे ध्यान दे नाल अपने मुख दा नक्शा खिंचिया है। थल्ले 3 है 3 गुण ने ते ऊपर हुण ये पढ़दा आ गया। जे आपां गुरमुख दे बारे अखर देखांगे ऊड़ा अखर, वो की होएगा कि पढ़दा नहीं होएगा, उसदा खुला होएगा। क्योंकि ये पढ़दा उसदा हटा दिता ते उसनूं प्रगट हो गया। ओम गुरमुख पियो अकारा एक सूत प्रोबनहारा। इदा मारे दस्सिया एक पढ़दा है, जदों खुश होंदा पढ़दा पासे कर दिंदा, सानू सामने दिसना शुरू हो जाता। जब तक पढ़दा है आपां नूं नजर नहीं आउंदा पर है। इन्ना कुछ साडा खेल। जदों दर्शन हो गए तो आपां मुक्त हो गए, अपना मुख उज्जल हो जाएगा। आपां खुद मुक्त होवांगे, आप ही नहीं होवांगे, किन्नियां नूं होर तार लवांगे। पर होणगे कौन? जिहड़े नाम नूं ध्याउणगे। जिनी नाम ध्याया गए मशक्कत काल नानक ते मुख उजले खेती छुट्टी का। भी वो तो मुख उजल हो गए, किन्ने होर उन्हां दे नाल छुड़ जांदे ने। हुण इत्थे ध्याउण दे विच है परमेश्वर की है, ध्याउण दे विच। आओ हुण आपां इस नूं करके देखी जो लिखिया है, क्योंकि तां आपां हाले बोलिया ते सुनिया, कमाया नहीं। निहाल कदों होना? जदों असीं कमावांगे। गावत सुनत कमावत निहाल। हुण आपां देखना है कि अपना ध्यान किस पासे है। कि साडा सूरज वाले पासे है, सूरज तपदा है, कि साडे चंद्रमा वाले पासे है, कि जां साडा विचाले ध्यान है। किवें आपां परखांगे? आपां दोनां नेत्रां नूं इस पॉइंट ते देखना है। ये दर ते आउणा है। इत्थों आपां गुफा च प्रवेश करेंगे, पहले इस दर ते आवांगे। ध्यान कित्थे लेके आवांगे? इस दर। इत्थे देखना है। इत्थे देख के आपां ये देखना है कि सानू अपना नक नजर आउंदा जां नहीं। जेकर नक नजर नहीं आउंदा फिर असीं एक दृष्ट हां, जिथे साडा मन दी अवस्था है जिन्हों देवता अवस्था कहते हैं। दर तक आ गया जिथे बैठ के गाउंदा है, लेकिन प्रवेश नहीं कर सकता, क्योंकि देवी देवते कोई होर नहीं, असी ही राक्षस हाँ। इंसान ही एक दी वृत्ति राक्षस वृत्ति है, एक दी देवता वृत्ति है, एक दी मनुख वृत्ति है। आपां ही कोई देवते नहीं बैठे किते,
ਇਨਸਾਨ ਹੀ ਹੈ, ਲੇਕਿਨ ਆਪਾਂ ਇਹਨਾਂ ਤੋਂ ਉੱਤੇ ਜਾਣਾ ਹੈ। ਆਪਾਂ ਦੇਵਤਿਆਂ ਤੋਂ ਵੀ ਉੱਤੇ ਮਾਲਕ ਦਾ ਰੂਪ ਹੋਣਾ ਹੈ, ਉਸ ਪਰਮੇਸ਼ਰ ਦਾ ਰੂਪ ਹੋਣਾ ਹੈ, ਜਿੱਥੇ ਦੇਵਤੇ ਵੀ ਨਹੀਂ ਜਾ ਸਕਦੇ ਗੁਰ ਤੋਂ ਬਿਨਾਂ। ਜੇ ਆਪਾਂ ਦੇਵ ਲੋਕ ਵਿੱਚ ਵੀ ਹਾਂ, ਆਪਾਂ ਮੁਕਤ ਨਹੀਂ ਹੋ ਸਕਦੇ, ਅਸੀਂ ਵੀ ਭਰਮ ਦੇ ਵਿੱਚ ਹਾਂ। ਕਹਿੰਦੇ ਪਰਮੇਸ਼ਵਰ ਨਰ ਦੇਵੀ ਦੇਵਾ। ਹੁਣ ਆਪਾਂ ਨੇ ਦੇਖਣਾ ਹੈ ਪਹਿਲਾਂ ਇਸ ਪੁਆਇੰਟ ਤੇ ਕਿ ਸਾਨੂੰ ਨੱਕ ਦਿਸਦਾ ਹੈ। ਜੇ ਨੱਕ ਦਿਸਦਾ, ਅਸੀਂ ਦੋ ਦ੍ਰਿਸ਼ਟ ਹਾਂ। ਫਿਰ ਇਹ ਦੇਖਣਾ ਵੀ ਕਿਸ ਪਾਸੇ ਤੋਂ ਦਿਸਦਾ। ਜੇ ਸਾਡਾ ਧਿਆਨ ਇਸ ਪਾਸੇ ਹੋਏਗਾ, ਸੂਰਜ ਵਾਲੇ ਪਾਸੇ, ਸਾਨੂੰ ਇਸੇ ਪਾਸੇ ਨੱਕ ਨਜ਼ਰ ਆਏਗਾ, ਸੱਜੇ ਪਾਸੇ। ਜੇ ਸਾਡਾ ਧਿਆਨ ਖੱਬੇ ਪਾਸੇ ਹੋਏਗਾ, ਚੰਦਰਮਾ ਵਾਲੇ ਪਾਸੇ, ਫਿਰ ਸਾਨੂੰ ਇਸੇ ਪਾਸੇ ਤੋਂ ਨਜ਼ਰ ਆਏਗਾ। ਜੇ ਸਾਨੂੰ ਵਿਚਾਲੇ ਦਿਸੇਗਾ, ਫਿਰ ਦਵੱਲੇ ਤੋਂ ਦੋਨੋਂ ਪਾਸੇ, ਇੱਧਰ ਤਮੋ ਗੁਣ ਹੈ, ਇੱਧਰ ਰਜੋ ਗੁਣ ਹੈ, ਤੇ ਵਿਚਾਲੇ ਸਤੋ ਗੁਣ। ਜੇ ਨੱਕ ਨਹੀਂ ਦਿਸਦਾ, ਅਸੀਂ ਇੱਕ ਦ੍ਰਿਸ਼ਟਾ ਜਿੱਥੇ ਸਾਡੇ ਵਸਤਾ ਦੇਵਤਾ ਹੈ, ਇਹਨਾਂ ਆਪਣੇ ਆਪ ਨੂੰ ਪਹਿਚਾਨਣਾ ਹੈ। ਉਸ ਤੋਂ ਬਾਅਦ ਫਿਰ ਆਪਾਂ ਕਿਵੇਂ ਚੱਲਣਾ ਹੈ। ਫਿਰ ਮੈਂ ਆਪ ਜੀ ਨੂੰ ਇੱਕ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ। ਪਹਿਲਾਂ ਇੱਥੇ ਸਾਹਮ ਕਰ ਲਿਆ, ਏਦਾਂ ਮੇਰੇ ਵੱਲ ਦੇਖ ਲਓ। ਇੱਥੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲਾਇਓ। ਆਪਾਂ ਕੀ ਕਰਨਾ, ਸਾਹਮਣੇ ਦੇਖਣਾ। ਇੱਥੋਂ ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਕੀ ਕਰਨਾ, ਪਲਕਾਂ ਉੱਤੇ ਜਾ। फिर मैं कमांगा सामने वापस, फिर सामने, फिर कमांगे नक ते, फिर जो ईड़ी अखर है, दो नहीं कीता, इत्थों ध्यान आपां इधर नु, समझे ना। हुण ईड़ी सानू कित्थे ले जाके छड्डदी, निराकार च। ईड़ी इशारा किधर नु कर देंदी, निराकार वाल। अगे कोई रोक नहीं है, उहदा इशारा करता भी इधर मालक है, तुसीं इत्थे नु चलो। रस्ता दिखाता सानू ईदे विच। कहंदे अखरां च जेहड़ा ईड़ी आद रख है, दत आपे सचा सोई। इन्हां अखर में गुरख बुया ते सिर लेख ना होई। हुण आपां इदां चलांगे, ये रस्ते ते चलांगे, की होएगा, आपां आके देखांगे। जे साडा, जे असीं एक दृष्ट हां, फिर तां असीं है। ਜਿਹੜੇ ਹਾਲੇ ਦੋ ਦ੍ਰਿਸ਼ਟ ਨੇ, ਉਹਨਾਂ ਨੂੰ ਉਹ ਇੱਕ ਦ੍ਰਿਸ਼ਟ ਹੋ ਜਾਣਗੇ। ਉਹ ਆ ਕੇ ਵਾਪਸ ਧਿਆਨ ਲਾ ਕੇ ਦੇਖਣਗੇ, ਉਹਨਾਂ ਨੂੰ ਨੱਕ ਨਹੀਂ ਦਿਸੇਗਾ। ਉਹ ਕੀ ਹੋ ਜਾਣਗੇ, ਨਾ ਨੱਕ। ਪਹਿਲਾ ਅਵਸਥਾ ਕੀ ਹੈ, ਨਾ ਨੱਕ। ਜੇ ਭਗਤਾਂ ਨੇ ਨਾਕੋਂ ਕਾਟੀ, ਸਭ ਤੋਂ ਪਹਿਲਾਂ, ਕਿਉਂਕਿ ਇਹ ਸਾਡਾ ਵੱਖਰਾ ਵੱਖਰਾ ਰੂਪ ਹੈ ਸਾਰਿਆਂ ਦਾ। ਇੱਕ ਤਮਾਸ਼ਾ ਆਪਣੀ ਸ਼ਕਲ ਜਿਹੜੀ ਹੈ, ਕਾਲ ਦਾ ਤਮਾਸ਼ਾ ਹੈ। ਇਸ ਪਾਸੇ ਇਹਦੇ ਚ ਕੌਣ ਹੈ, ਸ਼ਿਵ ਜੀ ਹੈ, ਇੱਧਰ ਬ੍ਰਹਮਾ ਹੈ, ਤੇ ਵਿਚਾਲੇ ਵਿਸ਼ਨੂੰ ਹੈ। ਜਿਸਨੂੰ ਮਹਾਰਾਜ ਸਮਝਾਉਂਦੇ ਆਪਾਂ ਰੋਜ਼ ਪੜ੍ਹਦੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिव जू अवतरा, काल पाए कर विष्णु प्रकाशा, शकल काल का किया तमाशा। ये तमाशा है शकल सारी, ये साडा असली रूप नहीं है। अपना रूप की है, प्रकाश। फिर साडे ये शकल खत्म हो जाएगी, साडा मुख प्रकाश हो जाएगा, ते प्रकाश होके आपां देख सकते हैं कि साडा सारियां दा इको रूप है। एक है रूप अनूप स्वरूप रंग पयो राव कही पू। सो आओ समझ गए ना किमें करना। हाँ, पहला अपने आप को देखना है, ध्यान नूं समझना है कि मेरा ध्यान किस पासे, सज्जे है, खब्बे है, जां विचाले है, जां मैं एक दृष्ट हाँ, वो समझ लेना है। उस तो बाद मैं आप जी नूं आवाज देवांगा कि ध्यान सामने लैके आओ। फिर आपां सामने देखना है। फिर कहांगा मस्तक दे सामने ते पलकां उत्ते चुकड़ियां ने। फिर वापस सामने, फिर नकते। इदां इस मार्ग नूं, आ मार्ग है जिवें आपां अकाल तख्त साहिब जांदे हां, हरमंदर साहिब जांदे, पहलां असीं निवके जांदे हां, फिर वो दर्शनी ड्यूटी ते जांदे हां, फिर उत्थों अकाल तख्त नूं चलदे हां। इदां ही मन निवदा है, ये ड्यूटी है, इत्थे नेत्रा च मन है, ये दर्शनी ड्यूटी है जिथों श्वास दे रहा। इत्थों आपां फिर अकाल तख्त वल नूं जाओ, क्योंकि अकाल तख्त जाना असीं कित्थे तक सीमित रह गए, हरमंदर तक। हरमंदर की है शरीर। हरमंदर एक शरीर है जिहड़ा सानू ज्ञान दे के परमेश्वर नाल जोड़ना है। अकाल तख्त ते जाना है, क्योंकि मालिक कित्थे है, तख्त ते।
ਇਸ ਕਰਕੇ ਸਾਨੂੰ ਦੱਸਿਆ ਪਹਿਲਾਂ ਨਿਭ ਕੇ ਆਪਾਂ ਜਾਣਾ, ਫਿਰ ਆਪਾਂ ਸਰੀਰ ਛੱਡ ਦੇਣਾ ਹੈ, ਫਿਰ ਆਪਾਂ ਕਿੱਧਰ ਜਾਣਾ? ਉਸ ਤਖਤ ਦੇ ਵੱਲ। ਆਓ ਕਰੀਏ, ਆਓ ਨੱਕ ਤੇ ਲਾ ਕੇ ਦੇਖੀਏ, ਪਹਿਲਾਂ ਆਪਣੇ ਆਪ ਨੂੰ ਸਮਝੀਏ। सामने लेके आइए ध्यान। मस्तक के सामने ले जाए, पलक होते चुको। फिर सामने लेके आइए। फिर नक के सम करके लेके ਹੁਣ ਆਪਾਂ ਸਮ ਕਰਕੇ ਦੇਖਣਾ ਹੈ। ਜੇ ਪਹਿਲਾਂ ਨੱਕ ਦਿਸਦਾ ਸੀ ਕਿ ਹੁਣ ਦਿਸ ਨੂੰ ਹਟ ਗਿਆ, ਜਾਂ ਇੱਕ ਹਲਕਾ ਹਲਕਾ ਖੱਬੇ ਪਾਸੇ ਆਪਾਂ ਨੂੰ ਦਿਸ ਸਕਦਾ ਹੈ ਪਰਛਾਈ ਜੀ, ਨੱਕ ਨਹੀਂ ਦਿਸੇਗਾ, ਇੱਕ ਪਰਛਾਵਾਂ ਜਿਹਾ ਨਜ਼ਰ ਆ ਸਕਦਾ ਖੱਬੇ ਪਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਦੇਖੋ ਬਈ, ਜੇ ਨੱਕ ਦਿਸਦਾ ਸੀ ਕਿਸੇ ਨੂੰ ਪਹਿਲਾਂ, ਚਾਹੇ ਸੱਜੇ ਖੱਬੇ, ਕਿ ਹੁਣ ਦਿਸਦਾ ਕਿ ਨਹੀਂ? ਪਹਿਲਾ ਜਿਹੜਾ ਆਪਣਾ ਕਦਮ ਹੀ ਹੈ ਕਿ ਆਪਣਾ ਨੱਕ ਹੋਣਾ ਹੈ, ਇਸੇ ਨੱਕ ਨੂੰ, ਇਸੇ ਰੂਪ ਨੂੰ ਕੱਟਣਾ। ਇਹ ਜਿਹੜੀ ਸਰੂਪ ਨਖਾ ਹੈ, ਜੋ ਸਾਡੇ ਮਨ ਦਾ ਲਕਸ਼ ਹੀ ਕਿਹਾ ਹੈ ਕਿ ਇਸ ਨੂੰ ਕੱਟ ਦੇਣਾ। ਇਹ ਕਾਲ ਦਾ ਤਮਾਸ਼ਾ ਹੈ। ਇਹ ਸਾਨੂੰ ਪਰਮੇਸ਼ਰ ਤੋਂ ਵਿਛੜਦਾ ਹੈ। ਇਸ ਨੂੰ ਮਹਾਰਾਜ ਬਾਬਾ ਗੁਰੂ ਦੱਸਦੇ ਨੇ, नाकों काटी कानों काटी काट कूट के डारी कह कबीर संतन की वैन तीन लोग के पैर। ਇਹ ਅਸੀਂ ਆਪਣੇ ਰੂਪ ਦਾ ਮਾਣ ਕਰਦੇ ਹਾਂ, ਆਪਣੇ ਜੋਬਨ ਦਾ ਮਾਣ ਕਰਦੇ ਹਾਂ। ਇਹ ਆਪਾਂ ਅਸਲੀ ਹੈ ਨਹੀਂ, ਕਿਉਂਕਿ ਅਸਲੀ ਰੂਪ ਸਾਡਾ ਪ੍ਰਕਾਸ਼ ਰੂਪ ਹੈ। ਹੈਗਾ ਸੀ ਕੋਈ ਜਿਹਨੂੰ ਪਹਿਲਾਂ ਨੱਕ ਦਿਸਦਾ ਸੀ? ਹੈਗੇ ਸੀ ਕੋਈ ਕਿਸੇ ਨੂੰ ਪਹਿਲਾਂ ਨਜ਼ਰ ਆਉਂਦਾ ਸੀ? ਕੋਈ ਨਵੀਂ ਸੰਗਤ ਜਿਹੜੀ ਹੈਗੀ, ਕਿਉਂਕਿ ਜ਼ਿਆਦਾ ਪੁਰਾਣੀ ਸੰਗਤ ਹੈ ਜਿਹੜੀ, ਉਹ ਤਾਂ ਇੱਕ ਦ੍ਰਿਸ਼ਟ ਨੇ ਹੈ ਪਛਾਵਾਂ ਕਿਸ ਪਾਸੇ? ਸੱਜੇ ਖੱਬੇ ਜਾਣਾ ਚਾਹੀਦਾ। ਆਹ ਪਾਸਾ ਜਿਹੜਾ ਨਾ ਸਾਡਾ, ਇਸ ਪਾਸੇ ਨੂੰ ਅਸੁਰ ਨਦੀ ਕਿਹਾ ਹੈ। ਅਸੁਰ ਨਦੀ ਇਹ ਬੰਦ ਕਰਨੀ ਆਪਾਂ ਨੇ, ਕਿਉਂਕਿ ਆਪਾਂ ਇਹ ਸੂਰਜ ਆ ਜਿਹੜਾ, ਇਹਨੂੰ ਪੱਛਮ ਲੈ ਜਾਣਾ।
ਇਹ ਸੂਰਜ ਪੱਛਮ ਚਲੇ ਜਾਏਗਾ, ਪੂਰਬ ਦਾ ਚੰਦਰਮਾ ਆਮੋ ਸਾਹਮਣੇ ਹੋ ਜਾਣਗੇ ਤੇ ਸਾਨੂੰ ਪ੍ਰਕਾਸ਼ ਹੋਣਾ ਸ਼ੁਰੂ ਹੋਏਗਾ। ਇਹ ਮਰ ਸਮਝਾਉਂਦੇ ਨੇ, ਅਸਰ ਨਦੀ ਕਾ ਬੰਦਾ ਮੂਲ ਪੱਛਮ ਫੇਰ ਚੜਾਈ ਹੈ ਸੂਰ, ਅਜਰ ਜਰੇ ਤਾਂ ਨਿਜਰ ਚੜੇ ਜਗਨਨਾਥ ਸਿਓ ਕੁਛ। ਹੁਣ ਇਹ ਗਿਆਨ ਜਿਹੜਾ ਜਰਨਾ ਬੜਾ ਔਖਾ ਹੈ, ਸੁਣ ਕੇ ਮੰਨਣਾ ਬਹੁਤ ਔਖਾ ਹੈ, ਅਜਰ ਹੈ। ਪਰ ਜਿਹਨੇ ਇਸ ਨੂੰ ਜਰ ਲਿਆ ਉਸ ਨੂੰ ਪ੍ਰਕਾਸ਼ ਹੋ ਜਾਂਦਾ ਹੈ, ਉਸ ਮਾਲਕ ਦੇ ਦਰਸ਼ਨ ਹੋ ਜਾਂਦੇ ਜਿਹਨੇ ਜਰ ਲਿਆ, ਕਿਉਂਕਿ ਅਜਰ ਹੈ। ਜਰਨਾ ਵੀ ਆਏ ਕਿਵੇਂ ਹੋ ਜਾਏਗਾ, ਸਾਨੂੰ ਗਿਆਨ ਹੈ ਨਾ ਵੀ ਆਏ ਕਿਵੇਂ ਹੋ ਜਾਏਗਾ। ਮੇਰੇ ਕਹਿੰਦੇ ਜਿਹਨੇ ਜਰ ਲਿਆ ਉਹਨੂੰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ। ਅਜਰ ਜਰਾ ਤਾਂ ਨਿਜਰ ਇਸ ਨੇ ਇਸ ਪਾਸੇ, ਕਿਉਂਕਿ ਆਹ ਰਸਤਾ ਬੰਦ ਕਰ ਦੇਣਾ ਹੈ, ਇੱਧਰ ਨੂੰ ਆਪਣਾ ਰਸਤਾ ਹੈ। ਤੁਸੀਂ ਦੇਖੋਗੇ ਹਾਹਾ ਵੀ ਦੇਖੋਗੇ, ਸੱਜਾ ਨਹੀਂ ਹੈ, ਈੜੀ ਦੇ ਵੱਲੇ ਸੀ, ਹਾਹਾ ਇਸ ਪਾਸੇ ਹੈ, ਕੱਕਾ ਸਾਰੇ ਇੱਧਰੋਂ ਚੱਲਦੇ ਨੇ ਫਿਰ, ਕਿਉਂਕਿ ਇੱਕ ਦ੍ਰਿਸ਼ਟ ਹੋ ਕੇ ਇੱਕ ਦੋ ਤੋਂ ਇੱਕ ਹੋ ਜਾਣਾ। ਜਿੱਥੇ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਵੀ ਅਸੀਂ ਕਿਵੇਂ ਹੋਏ ਦੋ ਤੋਂ ਇੱਕ, ਕਿੱਥੇ ਕੀਤਾ, ਉੱਤੇ ਜਾ ਕੇ ਤਪੱਸਿਆ ਕੀਤੀ ਹੇਮਕੁੰਟ ਤੇ। ਧਾਮ ਨੇ ਆਪਾਂ ਉੱਥੇ ਵੀ ਜਾਂਦੇ, ਇੱਥੇ ਵੀ ਸਾਡੇ ਧਾਮ ਨੇ ਬਣੇ ਹੋਏ। ਇੱਕ ਹੈ ਅੱਗੇ ਗੋਬਿੰਦ ਧਾਮ ਹੈ, ਜਿੱਥੇ ਆਪਾਂ ਹੇਮਕੁੰਟ ਜਾਣਾ ਹੈ। ਕਿੱਥੇ ਹੈ? ਹਜੂਰ ਸਾਹਿਬ। ਆਪਾਂ ਹਜੂਰ ਸਾਹਿਬ ਵੀ ਜਾਂਦੇ, ਹੇਮਕੁੰਟ ਵੀ ਜਾਂਦੇ। ਹਜੂਰ ਕਿੱਥੇ ਹੈ? ਸਾਹਮਣੇ। ਜ਼ਾਰਾ ਜ਼ੂਰ ਹੈ, ਹਾਜ਼ਰ ਹਜ਼ੂਰ ਹੈ। ਕਿਉਂ ਜਾ ਹਮੇਸ਼ੁਰ ਸਲਾਮ ਹੈ। ਹੁਣ ਆਪਾਂ ਕਿੱਥੇ ਜਾਂਦੇ, ਕਿਉਂ ਜਾਂਦੇ ਹਜੂਰ ਸਾਹਿਬ? ਵੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਰਹੇ ਤੇ ਕਿੱਥੇ ਨੇ ਗੁਰੂ ਗੋਬਿੰਦ ਸਿੰਘ ਜੀ? ਨਹੀਂ ਦੇਖੇ, ਕਿਉਂਕਿ ਗੁਰੂ ਗੋਬਿੰਦ ਨੂੰ ਆਪਾਂ ਜਾਣਿਆ ਨਹੀਂ। ਗੁਰੂ ਗੋਬਿੰਦ ਸਦਾ ਹੀ ਸਲਾਮਤ ਹੈ, ਸਾਡੇ ਸਾਹਮਣੇ ਰਹਿੰਦਾ ਹੈ। ਸਮਝੇ ਨਾ ਇਸ ਚੀਜ਼ ਨੂੰ? ਜ਼ਾਹਰਾ ਜ਼ਹੂਰ ਹੈ, ਹਮੇਸ਼ੁਰ ਸਲਾਮ ਹੈ, ਸਮਸਤਲ ਕਲਾਮ ਹੈ, ਕਿ ਸਾਹਿਬ ਦੀ ਮਾਤ ਹੈ, ਕਿ ਹੁਸਨਲ ਚਿਰਾਗ ਹੈ। ਉੱਥੇ ਕੀ ਹੈ? ਹੁਸਨ ਪ੍ਰਕਾਸ਼ ਹੈ। ਸਾਡਾ ਰੂਪ ਕਿਹੜਾ? ਪ੍ਰਕਾਸ਼। ਪਰਮੇਸ਼ਰ ਵੀ ਪ੍ਰਕਾਸ਼ ਨੇ। ਕਿ ਜਦੋਂ ਆਪਾਂ ਧਿਆਨ ਲਾਵਾਂਗੇ ਉਸ ਦੇ ਵਿੱਚੋਂ, ਫਿਰ ਸਾਨੂੰ ਬੋਲਣ ਦੀ ਲੋੜ ਨਹੀਂ ਹੈ, ਫਿਰ ਅਸੀਂ ਨਿਭਣਾ ਹੀ ਹੈ ਪਰਮੇਸ਼ਰ ਦੇ ਅੱਗੇ। ਆਪਣੇ ਆਪ ਨਿਭਦਾ ਹੈ ਮਨ, ਕਿਉਂਕਿ ਨੀਵਾਂ ਚੱਲਣਾ ਬਹੁਤ ਉੱਤਮ। ਮਤ ਨੀਵੇਂ ਹੋਗਾ ਮਨ ਸਾਡਾ, ਮਤ ਸਾਡੀ ਉੱਚੀ ਹੋਗੀ। ਮਤ ਉੱਚੀ ਹੋ ਗਈ, ਮਨ ਨੀਵਾਂ ਹੋ ਗਿਆ ਨਾ, ਮਨ ਉੱਚਾ ਹੋ ਗਿਆ, ਮਤ ਨੀਵੀਂ ਹੋ ਗਈ। ਸੋ ਇਸ ਕਰਕੇ ਆਪਾਂ ਅਭਿਆਸ ਕਿਹੜਾ ਕਰਨਾ ਹੈ? ਸਭ ਤੋਂ ਪਹਿਲਾਂ ਜਿਹੜਾ ਅਭਿਆਸ ਹੈ ਸਾਡਾ, ਨੀਚੇ ਲੋਨ ਕਰਨਾ। ਨੀਚੇ ਲੋਏ ਨਾ ਕਰੋ, ਨੀਚੇ ਦੇਖਣਾ ਹੈ। ਇੱਥੇ ਸਮ ਕੀਤਾ, ਪ੍ਰਵੇਸ਼ ਕੀਤਾ, ਜਿਵੇਂ ਇਹ ਫਰਸ਼ ਚਾਦਰਾਂ ਵਿਛੀਆਂ ਨੇ, ਇਹਨਾਂ ਚਾਦਰਾਂ ਤੋਂ ਆਪਾਂ ਥੋੜਾ ਉੱਪਰ ਦੇਖਣਾ ਹੈ। ਪਹਿਲਾ ਪੁੜ ਕਿੱਥੇ ਧਰਨਾ ਅਸੀਂ? ਧਰਤੀ ਤੇ। ਫਿਰ ਇੱਥੇ ਪ੍ਰਕਾਸ਼ ਪ੍ਰਗਟ ਹੋ ਜਾਣਾ ਹੈ। ਫਿਰ ਸਾਡਾ, ਅਸੀਂ ਪ੍ਰਕਾਸ਼ ਨੂੰ ਦੇਖੀ ਜਾਣਾ। ਫਿਰ ਅਸੀਂ ਉੱਚੀ ਜਗ੍ਹਾ ਤੇ ਚਲੇ ਜਾਣਾ। ਪੁੜ ਧਰਤੀ, ਪੁੜ ਪਾਣੀ, ਆਸਨ ਚੌਰ ਕੁੰਟ ਚੌਬਾਰਾ, ਸਗਲ ਪਵਨ ਕੀ ਮੂਰਤ ਠੇਕਾ, ਮੁਖ ਤੇਰੇ ਟਿਕਸਾਲਾ। ਸਾਰਿਆਂ ਦੀ ਇੱਕੋ ਮੂਰਤ ਆਪਣੀ, ਸਾਰਿਆਂ ਦਾ ਇੱਕੋ ਗਿਆਨ ਆ, ਸਾਰਿਆਂ ਦੀ ਤੇਰਾ ਪਵਨ ਨੇ ਸਾਰਾ ਹੀ। ਅਸੀਂ ਪਹਿਲਾ ਧਿਆਨ ਕਿੱਥੇ ਲਾਉਂਗੇ? ਨੀਚੇ। ਇੱਥੇ ਪ੍ਰਕਾਸ਼ ਪ੍ਰਗਟ ਹੋ ਜਾਏਗਾ। ਪ੍ਰਕਾਸ਼ ਦੇ ਵਿੱਚ ਆ ਕੇ ਆਪਾਂ ਕਿੱਥੇ ਚਲੇ ਜਾਵਾਂਗੇ? ਉੱਚੇ, ਕਿਉਂਕਿ ਮਸਤਕ ਤੇ ਜਾ ਕੇ ਪ੍ਰਗਟ ਹੋ ਜਾਂਦਾ ਹੈ। ਇਹ ਅੱਖਰ ਨੇ ਜਿਹੜੇ, ਇਹ ਸਾਨੂੰ ਧਿਆਨ ਮਾਰਗ ਦੱਸਦੇ ਨੇ, ਚਾਹੇ ਹਿੰਦੀ ਦੇ ਨੇ ਚਾਹੇ ਗੁਰਮੁਖੀ। ਕਿਉਂਕਿ ਆਪਾਂ ਗੁਰਮੁਖੀ ਨਹੀਂ ਪੜ੍ਹਦੇ, ਆਪਾਂ ਕੀ ਪੜ੍ਹਦੇ ਆ? ਪੰਜਾਬੀ। ਗੁਰਮੁਖੀ ਨਹੀਂ ਅਸੀਂ ਪੜ੍ਹਦੇ। ਜਿਵੇਂ ਹਿੰਦੀ ਆ, ਹਿੰਦੀ ਪੜ੍ਹਦੇ ਆ, ਉਹ ਦੇਵਨਾਗਰੀ ਨਹੀਂ ਪੜ੍ਹਦੇ। ਜੇ ਉਹ ਪੜ੍ਹਨਗੇ ਦੇਵਨਾਗਰੀ ਚ, ਫਿਰ ਉਹ ਸਾਰਾ ਗਿਆਨ, ਕਿਉਂਕਿ ਦੇਵਨਾਗਰੀ ਉਹਨਾਂ ਨੂੰ ਕੀ ਬਣਾ ਦੂਗੀ? ਸਨਾਤਨ। ਦੇਵਨਾਗਰੀ, ਦੇਵਨਾਗਰੀ ਚ ਕੀ ਹੈ ਕਿ ਉਹ ਹੈ ਜਿਹੜਾ ਮੁਖ ਹੈ, ਉੱਪਰ ਨੇਤਰ ਨੇ। ਓਮ ਨੂੰ ਦੇਖੋਗੇ, ਉਹ ਹੈ ਤੇਰਾ ਤਿੰਨ ਹੈ, ਉਹ ਜਿਹਨੂੰ ਆਪਾਂ ਉਹ ਕਹਿੰਦੇ ਤਿੰਨ ਨੇ, ਉੱਪਰ ਚੁੱਪ, ਉੱਪਰ ਨੇਤਰ ਨੇ, ਦੋਨੇ ਇੱਕ ਚ ਸਮਾਏ ਨੇ, ਇੱਕ ਦੂਜੇ ਚ ਸਮਾਏ। ਉੱਥੇ ਇੱਕ ਬ੍ਰਾਹਮਣ ਰੂਪ ਹੋ ਜਾਂਦਾ ਹੈ। ਤੇ ਮੁਖ ਤੋਂ ਫਿਰ ਉਹ ਸ਼ਬਦ ਪੂੰਜੀ ਹੈ। ਦੇਖਾਂਗੇ ਓਮ ਅੱਖਰ ਨੂੰ ਇੱਥੇ ਇੱਕ ਪੂੰਜੀ ਬਣਾਈ ਹੋਈ, ਮੁਖ ਤੋਂ ਗੁਰ ਮਿਲੇਗਾ।
ਉਹ ਫਿਰ ਸਾਨੂੰ ਕਿਹੜੀ ਕੁੰਜੀ ਹੈ? ਹੁਣ ਇਹ ਅੱਖਰ ਨੂੰ ਦੇਖਾਂਗੇ, ਦੋ ਜੋਤਾਂ ਆਉਂਦੀਆਂ, ਇਹ ਕਿੱਧਰ ਆਉਂਦੀ? ਇੱਧਰਲੀ ਇਸ ਪਰ ਇੱਕ ਹੋ ਜਾਂਦੀ ਹੈ। ਫਿਰ ਹਾਹਾ ਅੱਖਰ ਕਿਹਾ ਹੈ ਕਿ ਪਹਿਲਾਂ ਥੱਲੇ ਜਾਂਦਾ ਹੈ, ਇਸ ਤੋਂ ਬਾਅਦ ਅਸੀਂ ਉੱਤੇ ਜਾਂਦੇ। ਇੰਨਾ ਉੱਚਾ ਚਲੇਗਾ ਸਾਡੇ ਮਸਤਕ ਤੇ ਪ੍ਰਗਟ ਹੋ ਜਾਂਦਾ। ਇਹ ਕਹਿੰਦੇ ਵੱਡਾ ਸਾਹਿਬ ਹੁਣ ਧਿਆਨ ਮਾਰ ਕੇ ਜੇ ਚੱਲਾਂਗੇ ਪੜ ਕੇ ਅੱਖਰ ਨੂੰ, ਕਿੱਥੇ ਚੱਲਾਂਗੇ? ਪਹਿਲਾਂ ਥੱਲੇ, ਫਿਰ ਇੰਨਾ ਉੱਚਾ ਚਲੇ ਜਾਵਾਂਗੇ ਜਿੱਥੇ ਜਾ ਕੇ ਸਾਡੇ ਮਸਤਕ ਤੇ ਪ੍ਰਗਟ ਹੋ ਜਾਂਦਾ। ਭਾਗ ਬੈਠਾ ਮਸਤਕ ਆਏ ਜੀ। ਹਾਂ, ਮਸਤਕ ਤੇ ਪ੍ਰਗਟ ਹੋ, ਕਿਉਂਕਿ ਜਦੋਂ ਮਸਤਕ ਤੇ ਪ੍ਰਗਟ ਹੋ ਗਿਆ ਉਹਨਾਂ ਦਾ ਆਪਾਂ ਸੰਗ ਕਰਕੇ ਸਾਡਾ ਉਦਾਰ ਹੁੰਦਾ। ਮੈਂ ਕਹਿੰਦੇ ਪ੍ਰਗਟੇ ਗੋਪਾਲ ਮਹਾ ਤੇ ਕਹਿ ਮਾਥੇ, ਨਾਨਕ ਉਦਰੈ ਤਿਨ ਕੈ ਸਾਥੇ। ਉੱਥੇ ਜਾ ਕੇ ਫਿਰ ਉਹ ਖਜ਼ਾਨਾ ਦਿੰਦਾ ਵੀ ਹੁਣ ਤੁਸੀਂ ਆ ਗਿਆਨ ਦੇਵੋ। ਉਹ ਗਿਆਨ ਲੈ ਕੇ ਆਪਣੇ ਮਨ ਚ ਵਸਾ ਲਾਂਗੇ ਤੇ ਫਿਰ ਸਾਡਾ ਉਦਾਰ ਹੁੰਦਾ ਹੈ। ਪ੍ਰੀਖਿਆ ਕਿਹੜੀ ਹੈ? ਪੂਰੇ ਗੁਰ ਕੀ ਸਾਜ, ਪੂਰੇ ਗੁਰ ਕੀ ਪੂਰੀ ਕੀਖਿਆ, ਜਿਸ ਮਨ ਵਸੈ ਸਾਚ ਪ੍ਰੀਖਿਆ। ਸਵਾਲ ਥੋੜਾ ਕਰਕੇ ਦੇਖਦੇ हैं क्योंकि टाइम का हो गया। समझ लो, चलो अपन में करना समझ ले, आके नीचे आए गए सम कर लिया करांगे तो इतने सा प्रकाश अनुभव होना शुरू होगा। जिमें पानी दी लहरां सरोवर च ने इदा प्रकाश दी लहरां अपन अनुभव होने शुरू हो गए। आप एक ही जाना, फिर अपने आप को देख लेना है, फिर ਉਹਦੇ ਨਾਲ ਕੀ ਹੋਗਾ? ਮੁਖ ਸਾਡਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ। ਆਪਣੇ ਪ੍ਰਕਾਸ਼ ਰੂਪ ਨੂੰ ਦੇਖਾਂਗੇ, ਉਹਨੂੰ ਦੇਖਾਂਗੇ, ਇੱਕ ਰੂਪ ਹਾਂ ਅਸੀਂ ਮੁਖ ਉਜਲ ਹੋ ਜਾਣਾ ਹੈ। ਬਸ ਆਪੇ ਦੀ ਪਹਿਚਾਣ ਲਈ ਮਰੇ ਕਿ ਤੁਸੀਂ ਮੇਰੇ ਰੂਪ ਹੈ। ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਆਗੇ ਨਾਸੀ। ਸੋ ਆਓ ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।